ਹਾਂਜੀ ਦੋਸਤੋ, ਜੇ ਤੁਸੀਂ ਵੀ ਜਾ ਰਹੇ ਆ ਪੰਜਾਬ ਵਿੱਚ ਸਰਕਾਰੀ ਨੌਕਰੀ ਦਾ ਐਗਜ਼ਾਮ ਦੇਣ ਤਾਂ ਤੁਸੀਂ ਨਹੀਂ ਇਗਨੋਰ ਕਰ ਸਕਦੇ ਡੀਆਈ, ਕਿਉਂਕਿ ਡੀਆਈ ਹੁੰਦੇ ਆ ਕਲਸਟਰ ਕੁਐਸਚਨ। ਜਦੋਂ ਕੁਐਸਚਨ ਆਉਣੇ ਆ 4-5 ਕੁਐਸਚਨ ਇਕੱਠੇ ਹੀ ਆਉਣੇ ਆ ਔਰ ਉਹਦਾ ਮਤਲਬ ਹੋ ਜਾਂਦਾ ਵਾ 10 ਤੋਂ 12 ਨੰਬਰ। ਠੀਕ ਹੈ, ਸੋ ਐਂਡ ਤੱਕ ਦੇਖਣਾ ਇਹ ਵੀਡੀਓ ਜ਼ਰੂਰ। ਅਟੈਕ ਐਕਸ਼ਨ, ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ। ਸੋ ਦੋਸਤੋ, ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਪੀਵੀਐਸ ਕਲਾਸਿਸ ਦੇ ਅੰਦਰ। ਰਾਈਟ, ਔਰ ਮੈਂ ਪਰਮਵੀਰ ਸਿੰਘ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਡੇਟਾ ਇੰਟਰਪ੍ਰੀਟੇਸ਼ਨ। ਸੋ ਦੋਸਤੋ, ਜਿੰਨਾ ਅਗਰ ਗੱਲ ਕਰੀਏ ਡੇਟਾ ਇੰਟਰਪ੍ਰੀਟੇਸ਼ਨ ਦੀ ਇੰਪੋਰਟੈਂਸ ਮੈਂ ਦੱਸ ਹੀ ਚੁੱਕਾ ਵਾ। ਕਲਸਟਰ ਕੁਐਸਚਨ ਆਉਂਦੇ ਆ 10-12 ਨੰਬਰ ਦਾ, ਸਿੱਧਾ ਇਹੀ ਸਵਾਲ ਹੋ ਜਾਂਦਾ ਵਾ। ਓਕੇ, ਸੋ ਇਗਨੋਰ ਨਹੀਂ ਕਰ ਸਕਦੇ। ਔਰ ਅਗਰ ਮੈਂ ਪੀਸੀਐਸ ਦੀ ਗੱਲ ਕਰਾਂ ਤਾਂ ਪੀਸੀਐਸ ਦੇ ਵਿੱਚ ਇਹ ਪਿਛਲੀ ਵਾਰੀ ਇਹ ਕੁਐਸਚਨ ਜਿਹੜੇ ਆ 8 ਕੁਐਸਚਨ ਆਏ ਸੀਗੇ। ਸੋ ਸਿੱਧੇ ਸਿੱਧੇ 20 ਨੰਬਰ। ਸੋ ਇੱਕ ਵੱਡਾ ਜਿਹੜਾ ਹੈਗਾ ਵਾ ਪੋਰਸ਼ਨ। ਸੋ ਕੁਆਂਟ ਦੇ ਬਾਕੀ ਜਿਹੜੇ ਕੁਆਂਟ ਦੇ ਵਿੱਚੋਂ ਬਾਕੀ ਤਾਂ ਬਹੁਤ ਕੁਝ ਘੱਟ ਆਉਂਦਾ ਵਾ। ਰਾਈਟ, ਜੇ ਅਸੀਂ ਗੱਲ ਕਰੀਏ ਪ੍ਰੋਬੇਬਿਲਿਟੀ ਦਾ ਇੱਕ ਕੁਐਸਚਨ, ਪਰਮੂਟੇਸ਼ਨ ਕੰਬੀਨੇਸ਼ਨ ਦਾ ਇੱਕ ਕੁਐਸਚਨ, ਕੁਝ ਹੋਰ ਵਰਕ ਟਾਈਮ ਦਾ ਆ ਜਾਏਗਾ। ਓਕੇ, ਬਟ ਉਹ ਪੋਰਸ਼ਨ ਦੇ ਉੱਤੇ ਧਿਆਨ ਦੇਣ ਨਾਲੋਂ ਮੇਨ ਚੀਜ਼ ਹੈ ਕਿ ਜੇ ਅਸੀਂ ਪਹਿਲਾਂ ਆਪਣੀ ਡੀਆਈ ਸਿਕਿਉਰ ਕਰ ਲਈਏ, ਡਾਟਾ ਇੰਟਰਪ੍ਰੀਟੇਸ਼ਨ ਸਿਕਿਉਰ ਕਰ ਲਈਏ, ਤਾਂ ਅਸੀਂ ਜਿਹੜੇ ਹੈਗੇ ਆਪਣੇ 10-15 ਜਾਂ 20 ਨੰਬਰ ਸਾਡੇ ਉਹ ਸਿਕਿਉਰ ਹੋ ਸਕਦੇ ਆ। ਰਾਈਟ, ਸੋ ਇਸੇ ਕਰਕੇ ਜੋ ਹੈ ਮੈਂ ਤੁਹਾਨੂੰ ਡਾਟਾ ਇੰਟਰਪ੍ਰੀਟੇਸ਼ਨ ਕਰਾ ਰਿਹਾ ਵਾ ਪਹਿਲਾਂ, ਬਾਕੀ ਆਪਾਂ ਬਾਅਦ ਵਿੱਚ ਕਰਾਂਗੇ। ਓਕੇ, ਹੁਣ ਦੇਖੋ ਇੱਥੇ ਜੇ ਗੱਲ ਕਰਾਂ ਡਾਟਾ ਇੰਟਰਪ੍ਰੀਟੇਸ਼ਨ ਦੀ ਤਾਂ ਇਹਦੇ ਵਿੱਚ 4 ਤਰੀਕੇ ਦੇ ਜਿਹੜੇ ਹੈਗੇ ਆ ਉਹ ਕੁਐਸਚਨ ਹੁੰਦੇ ਆ। ਠੀਕ ਹੈ, ਇਹਦੇ ਵਿੱਚ ਹੁੰਦਾ ਵਾ ਟੇਬਲ ਚਾਰਟ, ਪਾਈ ਚਾਰਟ, ਲਾਈਨ ਚਾਰਟ, ਓਕੇ, ਔਰ ਉਸ ਤੋਂ ਬਾਅਦ ਬਾਰ ਚਾਰਟ। ਠੀਕ ਹੈ, ਬਾਰ ਗ੍ਰਾਫ। ਓਕੇ, ਸੋ ਇਸ ਔਰ ਅੱਜ ਦਾ ਆਪਣਾ ਜੋ ਟੌਪਿਕ ਹੈ ਉਹ ਟੇਬਲ ਚਾਰਟ ਹੈ। ਠੀਕ ਹੈ, ਆਪਾਂ ਟੇਬਲ ਚਾਰਟ ਦੇਖਾਂਗੇ, ਅਗਲੇ ਆਪਾਂ ਹੋਰ ਵੀਡੀਓਜ਼ ਦੇ ਵਿੱਚ ਦੇਖਾਂਗੇ। ਠੀਕ ਹੈ, ਸੋ ਆਪਾਂ ਨੂੰ ਐਂਡ ਤੱਕ ਇਹ ਵੀਡੀਓ ਜ਼ਰੂਰ ਦੇਖਿਓ ਔਰ ਕਰਦੇ ਹਾਂ ਸਟਾਰਟ। ਦੇਖੋ ਦੋਸਤੋ, ਡੀਆਈ ਦੇ ਵਿੱਚ ਜੋ ਹੈ ਪਰਸੈਂਟੇजेस ਦਾ ਬਹੁਤ ਇੰਪੋਰਟੈਂਟ ਰੋਲ ਰਹਿੰਦਾ ਵਾ। ਇਸੇ ਕਰਕੇ ਜੋ ਹੈ ਮੈਂ ਤੁਹਾਨੂੰ ਲਾਸਟ ਜਿਹੜਾ ਸੀਗਾ ਵੀਡੀਓ ਦੇ ਅੰਦਰ ਤੁਹਾਨੂੰ ਮੈਂ ਪਰਸੈਂਟੇਜ ਕਰਾਈ ਡੀਆਈ ਕਰਾਉਣ ਤੋਂ ਪਹਿਲਾਂ। ਸੋ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖ ਲਈ ਉਹ ਹੱਲੇ ਵੀ ਦੇਖ ਲਓ, ਕਿਉਂਕਿ ਉਹਦੇ ਵਿੱਚ ਮੈਂ ਆਪਾਂ ਦੇਖਿਆ ਵਾ ਕਿ ਕਿੱਦਾਂ ਆਪਾਂ ਕੁਇਕਲੀ ਪਰਸੈਂਟੇजेस ਫਾਈਂਡ ਆਊਟ ਕਰ ਸਕਦੇ ਹਾਂ। ਰਾਈਟ, ਬਿਨਾਂ ਜਿਹੜਾ ਹੈਗਾ ਵਾ ਉਹ ਕੁਛ ਜ਼ਿਆਦਾ ਆਪਣਾ ਪੈਨ ਦਾ ਯੂਜ਼ ਕੀਤੇ ਹੋਏ। ਸੋ ਜਿਨ੍ਹਾਂ ਨੇ ਉਹ ਯੂਜ਼ ਨਹੀਂ ਦੇਖੀ ਉਹ ਦੇਖ ਲਿਓ, ਕਿਉਂਕਿ ਆਪਾਂ ਇੱਥੇ ਉਸੇ ਤਰੀਕੇ ਨਾਲ ਹੀ ਕਰਨ ਵਾਲੇ ਹਾਂ। ਸੋ ਹੋ ਸਕਦਾ ਜੇ ਤੁਹਾਨੂੰ ਸਮਝ ਨਾ ਲੱਗੇ ਵੀ ਇਹ ਪਰਸੈਂਟੇਜ ਕਿੱਦਾਂ ਕੱਢੀ ਜਾ ਰਹੇ ਆ ਸਰ, ਤਾਂ ਤੁਹਾਨੂੰ ਉਹ ਵੀਡੀਓ ਦੇਖਣ ਦੀ ਜ਼ਰੂਰਤ ਹੈ। ਓਕੇ, ਸੋ ਇਸ ਦੇ ਵਿੱਚ ਵੀ ਆਪਾਂ ਦੇਖੋ ਕਿ ਹੁਣ ਆਪਾਂ ਪਰਸੈਂਟੇਜ ਦਾ, ਕਿਉਂਕਿ ਬਹੁਤ ਜ਼ਿਆਦਾ ਰੋਲ ਰਹਿੰਦਾ ਡੀਆਈ ਦੇ ਵਿੱਚ। ਸੋ ਤੁਸੀਂ ਇਹ ਸਾਰੇ ਯਾਦ ਕਰਨੇ ਆ ਕਿ ਪਰਸੈਂਟੇਜ ਔਰ ਉਹਦੇ ਕੋਰਸਪੋਂਡਿੰਗ ਫ੍ਰੈਕਸ਼ਨ ਕਿੰਨੀ ਆ। ਜਿੱਦਾਂ 50% ਦੀ ਕੋਰਸਪੋਂਡਿੰਗ ਫ੍ਰੈਕਸ਼ਨ ਹੋ ਗਈ 1/2, 75% ਤੇ ਹੋ ਗਈ 3/4, 80% ਤੇ ਕਿੰਨੀ ਹੋ ਗਈ 4/4। ਠੀਕ ਹੈ, 37.5 ਤੇ ਕਿੰਨੀ ਹੋ ਗਈ 3/8। ਮਤਲਬ ਐਂਡ ਕੀ ਹੈ ਕਿ ਤੁਸੀਂ ਇਹ ਪੂਰਾ ਟੇਬਲ ਜਿਹੜੇ ਹੈਗੇ ਤੁਹਾਡੇ ਸਾਹਮਣੇ ਰੱਖੇ ਆ, ਇਹ ਯਾਦ ਕਰਨੇ ਆ। ਰਾਈਟ, ਸੋ ਜਿੰਨੇ ਤੁਹਾਨੂੰ ਇਹ ਯਾਦ ਹੋਣਗੇ ਉਨੇ ਹੀ ਤੁਹਾਡੇ ਸੌਖੇ ਹੋ ਜਾਣਗੇ ਕੰਮ। ਠੀਕ ਹੈ, ਜ਼ਿੰਦਗੀ ਤੁਹਾਡੀ ਉਨੀ ਹੋ ਜਾਏਗੀ ਆਸਾਨ। ਅਗਲੇ ਸਟੈਪ ਦੇ ਵਿੱਚ ਮੈਂ ਇਹ ਦੱਸਦਾ ਵਾਂ ਕਿ ਇਹ ਕਿਸ ਤਰੀਕੇ ਨਾਲ ਤੁਹਾਨੂੰ ਹੈਲਪ ਕਰਨ ਵਾਲੀ ਹੈ ਇਹ ਜੋ ਪਰਸੈਂਟੇਜ ਔਰ ਫ੍ਰੈਕਸ਼ਨ। ਠੀਕ ਹੈ, ਸੋ ਅਗਰ ਦੇਖਿਆ ਜਾਵੇ, ਗੱਲ ਕਰ ਲਈ ਜਾਵੇ 40%। ਠੀਕ ਹੈ, ਸੋ 40% ਦਾ ਜਿਹੜਾ ਮਤਲਬ ਕੀ ਹੁੰਦਾ ਵਾ ਕਿ 40 ਆਊਟ ਆਫ 100। ਠੀਕ ਹੈ, ਸੋ 100 ਦੇ ਵਿੱਚੋਂ ਜਿਹੜੀ ਹੈਗਾ ਵਾ ਉਹ 40 ਦੀ ਗੱਲ ਹੋ ਰਹੀ, 100 ਦੇ ਪਿੱਛੇ 40। ਠੀਕ ਹੈ, ਜੇ ਮੰਨ ਲਓ ਕਹ ਲਓ ਕਿ ਉਹਨੂੰ 40% ਪ੍ਰੋਫਿਟ ਹੋਇਆ ਤਾਂ ਉਹਨੂੰ 100 ਦੇ ਪਿੱਛੇ 40 ਰੁਪੀਸ ਜਿਹੜੇ ਹੈਗੇ ਆ ਉਹ ਪ੍ਰੋਫਿਟ ਹੋ ਗਿਆ। ਓਕੇ, ਸੋ ਇਸ ਤਰੀਕੇ ਨਾਲ। ਅੱਛਾ, ਇਹਨੂੰ ਫ੍ਰੈਕਸ਼ਨ ਦੇ ਵਿੱਚ ਕਵਰ ਕਰਾਂਗੇ ਤਾਂ 20 ਦੂਣਾ 40, 20 ਪੰਜੇ 60, ਸੋ 2/5 ਹੋ ਗਿਆ। ਸੋ ਇੱਥੇ ਹੁਣ 2/5 ਦਾ ਕੀ ਮਤਲਬ ਬਣਿਆ? ਇਹਦਾ ਮਤਲਬ ਇਹ ਹੋਇਆ ਕਿ ਉਹਨੂੰ 50 ਰੁਪਇਆ ਪਿੱਛੇ 2 ਰੁਪਏ ਦਾ ਫਾਇਦਾ ਹੋਇਆ। ਰਾਈਟ, 50 ਰੁਪਇਆ ਪਿੱਛੇ ਜਿਹਨੇ 5 ਦੀ ਸੇਲ ਕੀਤੀ ਹੈ ਤਾਂ ਉਹਨੂੰ ਉਹਦੇ ਵਿੱਚੋਂ 2 ਰੁਪਏ ਮੁਨਾਫਾ ਹੋਇਆ ਵਾ। ਉੱਥੇ 100 ਦੇ ਵਿੱਚੋਂ ਦੇਖਿਆ ਆਪਾਂ, ਠੀਕ ਹੈ, ਵੀ 100 ਦੇ ਵਿੱਚੋਂ ਉਹਨੂੰ 40 ਹੋ ਗਿਆ ਵਾ। ਰਾਈਟ, ਸੋ ਇੱਥੋਂ ਸਾਨੂੰ ਇਹ ਫ੍ਰੈਕਸ਼ਨ ਤੋਂ ਸਾਨੂੰ ਇਹ ਪਤਾ ਲੱਗਦਾ ਵਾ। ਰਾਈਟ, ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਅਗਰ ਗੱਲ ਕਰੀਏ ਅੱਗੇ ਕਿ ਇਹਨੂੰ ਆਪਾਂ ਕਿੱਦਾਂ ਯੂਜ਼ ਕਰਨਾ ਵਾ ਇਸ ਫ੍ਰੈਕਸ਼ਨ ਨੂੰ। ਠੀਕ ਹੈ, ਸੋ ਮੰਨ ਲਓ ਦਿੱਤਾ ਹੋਇਆ ਵਾ B is 40% more than A। ਠੀਕ ਹੈ, ਸੋ 40% ਦਾ ਫ੍ਰੈਕਸ਼ਨ ਸਾਡੇ ਕੋਲ ਕਿੰਨਾ ਹੋਇਆ 2/5। ਰਾਈਟ, ਸੋ ਮੰਨ ਲਓ ਕਿ ਸਾਡੇ ਕੋਲ ਇੱਥੇ B is 40% more than A ਲਿਖਿਆ ਹੋਇਆ ਨਾ, A ਮੰਨ ਲਓ ਜਿਹੜਾ ਹੈਗਾ ਵਾ ਸਾਡੇ ਕੋਲ ਹੈਗਾ 5। ਠੀਕ ਹੈ, ਤਾਂ B ਕਿੰਨਾ ਹੋਊਗਾ 40% ਮੋਰ ਆ, ਮਤਲਬ ਕਿ ਇਹਦੇ ਵਿੱਚ 2 ਜੋੜ ਦੇਣੇ ਆ ਆਪਾਂ। ਠੀਕ ਹੈ, B ਆ ਜਾਏਗਾ 5 ਜਮਾ 2 ਬਰਾਬਰ 7। ਰਾਈਟ, ਸੋ ਇਸ ਤਰੀਕੇ ਨਾਲ ਇਹ ਸਾਨੂੰ ਇਹ ਫ੍ਰੈਕਸ਼ਨ ਇਹ ਦੱਸਦੀ ਆ। ਠੀਕ ਹੈ, ਕਿ ਜਿਹੜੀ ਹੈਗੀ ਹੈ ਜੇ A 5 ਆ ਤਾਂ B ਕਿੰਨੀ ਹੋਊਗੀ 7 ਆ, ਕਿਉਂਕਿ B is 40% more than A। ਰਾਈਟ,
ਓਕੇ ਸੋ ਇਹਨੂੰ ਅਗਰ ਆਪਾਂ ਅੱਛਾ ਜੀ ਇਹ ਕੁਐਸਚਨ ਜਿੱਦਾਂ ਹੁਣ ਆਪਾਂ ਕੁਐਸਚਨ ਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਵਾ ਕਿ a ਦੀ ਵੈਲਿਊ 20 ਆ ਠੀਕ ਹੈ a ਦੀ ਵੈਲਿਊ ਜਿਹੜੀ ਹੈਗੀ ਆ ਉਹ ਕਿੰਨੀ ਆ 20 ਆ ਠੀਕ ਹੈ ਸੋ b ਦੀ ਵੈਲਿਊ ਆਪਾਂ ਕਰਨੀ ਆ ਫਾਈਂਡ ਆਊਟ ਔਰ b ਦੀ ਪਰ ਵੈਲਿਊ 40% ਮੋਰ ਦੈਨ a ਹੈ ਓਕੇ ਇਟ ਇਜ਼ 40% ਮੋਰ ਦੈਨ a ਦੀ ਵੈਲਿਊ 20 ਆ ਸੋ ਇਸੇ ਫ੍ਰੈਕਸ਼ਨ ਦਾ ਆਪਾਂ ਯੂਜ਼ ਕੀਤਾ ਠੀਕ ਹੈ ਇਸੇ ਫ੍ਰੈਕਸ਼ਨ ਦਾ ਆਪਾਂ ਯੂਜ਼ ਕੀ ਕੀਤਾ ਜੇ a 5 ਆ ਤਾਂ b ਆ ਗਈ 7 ਠੀਕ ਹੈ ਸੋ ਜੇ a 20 ਆ 20 ਆ ਮਤਲਬ 5 into 4 ਕੀਤਾ ਇੱਥੇ ਤਾਂ 20 ਆਇਆ ਓਕੇ ਸੋ ਇਦਾਂ ਹੀ ਸਾਨੂੰ 7 into 4 ਕਰਨਾ ਪੈਣਾ ਵਾ 7 ਚੌਕਾ 28 ਠੀਕ ਹੈ b ਦੀ ਵੈਲਿਊ ਆ ਗਈ 28 ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਬੜੀ ਇੱਕ ਸੌਖੇ ਤਰੀਕੇ ਨਾਲ ਬਿਨਾ ਪਰਸੈਂਟੇਜ ਦੇ ਜੱਬ ਦੇ ਵਿੱਚ ਪਏ ਹੋਏ ਠੀਕ ਹੈ ਤੁਸੀਂ ਸਿੱਧਾ ਕਰ ਸਕਦੇ ਆ ਕਿ ਅੱਛਾ ਜੀ ਜੇ a 20 ਹੈ ਤਾਂ b 28 ਆ ਰਾਈਟ ਸੋ ਇਹ ਕੁਐਸਚਨ ਨੂੰ ਤੁਸੀਂ ਬਿਲਕੁਲ ਇਸੇ ਤਰ੍ਹਾਂ ਐਡਰੈਸ ਕਰ ਸਕਦੇ ਆ ਓਕੇ ਲੱਗ ਰਹੀ ਹੈ ਸਮਝ ਰਿਵਾਈਂਡ ਕਰਕੇ ਦੇਖ ਲਿਓ ਠੀਕ ਹੈ ਸੋ ਅਗਲਾ ਐਗਜ਼ਾਮ ਤਾਂ ਮੈਂ ਜਾਂ ਜੋ ਹੈ ਨੈਕਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦੋ ਐਗਜ਼ਾਮਪਲਾਂ ਦੇਣੀਆਂ ਵਾ ਸਮਝੋ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਹੁਣ ਇੱਥੇ ਕੀ ਕਹਿ ਰਿਹਾ b is 40% ਲੈਸ ਦੈਨ a ਸੋ 40% ਦਾ ਜਿਹੜਾ ਫ੍ਰੈਕਸ਼ਨ ਕਿੰਨਾ ਆ ਗਿਆ ਆਪਣਾ 2/5 ਓਕੇ b is 40% ਲੈਸ ਦੈਨ a ਓਕੇ ਇਹਦਾ ਮਤਲਬ ਸਾਡੇ ਕੋਲ ਜੇ a ਜਿਹੜੀ ਹੈਗੀ ਆ ਅਸੀਂ ਆਪਣੀ ਫ੍ਰੈਕਸ਼ਨ ਦੇਖੀਏ a ਜਿਹੜੀ ਹੈਗੀ ਆ 5 ਆ ਠੀਕ ਹੈ ਤਾਂ b ਕਿੰਨੀ ਬਣੇਗੀ 40% ਲੈਸ ਮਤਲਬ ਇਹਦੇ ਵਿੱਚੋਂ ਅਸੀਂ 5 ਵਿੱਚੋਂ 2 ਘਟਾ ਦੇਣੇ ਆ ਰਾਈਟ ਤਾਂ b ਬਣ ਜਾਂਦੀ ਹੈ ਸਾਡੀ 3 ਓਕੇ ਸੋ ਹੁਣ ਜੇ ਆਪਾਂ ਇਹ ਸੋ ਦੇਖਣਾ ਹੋਵੇ ਵੀ a ਦੀ ਵੈਲਿਊ ਤਾਂ 20 ਦਿੱਤੀ ਹੋਈ ਆ a is equal to 20 ਰਾਈਟ ਮਤਲਬ 5 into 4 ਕੀਤਾ ਤਾਂ ਸਾਡੇ ਕੋਲ 20 ਆਇਆ ਠੀਕ ਹੈ ਇਦਾਂ ਹੀ 3 ਗੁਣਾ 4 ਕਰ ਦੋ ਸਾਡੇ ਕੋਲ ਕਿੰਨਾ ਆ ਜਾਏਗਾ 12 ਠੀਕ ਹੈ ਸੋ b ਕਿੰਨਾ ਹੋ ਜਾਏਗਾ 12 ਰਾਈਟ ਓਕੇ ਅੱਗੇ ਹੋਰ ਐਗਜ਼ਾਮਪਲ ਹੈ ਹੱਲੇ ਵੀ ਸਮਝ ਨਹੀਂ ਲੱਗੀ ਤਾਂ ਇੱਥੋਂ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਸੋ ਇੱਥੇ ਕੀ ਦੱਸ ਦਿੱਤਾ b is 16.67 more than a ਠੀਕ ਹੈ b is 16.6% more than a ਠੀਕ ਹੈ ਹੁਣ 16.6% ਦੀ ਰੇਸ਼ੋ ਹੁੰਦੀ ਹੈ 1/6 ਓਕੇ ਸੋ 1/6 ਇਹਦਾ ਮਤਲਬ ਜੇ a 6 ਹੈ ਠੀਕ ਹੈ a is 6 let me write it here ਓਕੇ ਜੇ a ਜਿਹੜੀ ਹੈਗੀ ਆ 6 ਆ ਤਾਂ b ਕਿੰਨੀ ਹੋਏਗੀ 7 ਠੀਕ ਹੈ 6 ਦੇ ਵਿੱਚ 1 ਜੋੜ ਦਿੱਤਾ ਠੀਕ ਹੈ 6 ਦੇ ਵਿੱਚ 1 ਜੋੜ ਦਿੱਤਾ ਠੀਕ ਹੈ ਡਿਨੋਮੀਨੇਟਰ ਦੇ ਵਿੱਚ ਨਿਊਮੀਨੇਟਰ ਜੋੜ ਦਿੱਤਾ ਤਾਂ ਸਾਨੂੰ ਪਤਾ ਲੱਗ ਗਿਆ ਵੀ b ਹੋਊਗੀ 7 ਕਿਉਂਕਿ ਇਹ ਕਿੰਨੀ ਜ਼ਿਆਦਾ ਵਾ 16.67 ਓਕੇ ਸੋ a ਸਾਨੂੰ ਕਿੰਨੀ ਦਿੱਤੀ ਹੈ ਇੱਥੇ 18 ਠੀਕ ਹੈ ਇਹ 18 ਵਾ ਤਾਂ 16 ਦੇ 6 ਨੂੰ 3 ਨਾਲ ਗੁਣਾ ਕਰਾਂਗੇ ਤਾਂ 18 ਬਣਦਾ ਓਕੇ ਸੋ ਇੱਥੇ 7 ਨੂੰ 3 ਗੁਣਾ ਕਰਾਂਗੇ ਕਿੰਨਾ ਬਣੇਗਾ 21 7 ਤੀਆ 21 ਠੀਕ ਹੈ ਸੋ ਸਾਨੂੰ ਪਤਾ ਲੱਗ ਗਿਆ ਸਿੱਧਾ ਸਿੱਧਾ ਕਿ b ਦੀ ਵੈਲਿਊ ਕਿੰਨੀ ਆ b ਦੀ ਵੈਲਿਊ ਆਊਗੀ 21 ਰਾਈਟ ਇਸ ਤਰੀਕੇ ਨਾਲ ਸਾਨੂੰ ਫ੍ਰੈਕਸ਼ਨ ਕਰ ਸਕਦੀ ਹੈ ਹੈਲਪ ਅੱਛਾ ਅੱਗੇ ਦੇਖੋ ਫੇਰ ਤੁਹਾਨੂੰ ਫੇਰ ਸਮਝਣ ਦਾ ਮੌਕਾ ਦੇ ਰਿਹਾ ਮੈਂ ਬਾਰ-ਬਾਰ ਰਾਈਟ ਸੋ 16.67 is b is 16.6% less than a so 16.6% ਮਤਲਬ 1/6 ਹੁਣ a ਦੀ ਵੈਲਿਊ ਔਰ b ਦੀ ਵੈਲਿਊ ਆਪਾਂ ਲਾਉਣੇ ਆ ਇਹ ਸਾਨੂੰ ਫ੍ਰੈਕਸ਼ਨ ਇਹ ਦੱਸਦੀ ਆ ਕਿ ਜੇ a ਦੀ ਵੈਲਿਊ 6 ਆ ਤਾਂ b ਦੀ ਵੈਲਿਊ ਕਿੰਨੀ ਹੋਊਗੀ ਹੁਣ ਇੱਥੇ ਲੈਸ ਆ ਰਾਈਟ ਸੋ ਲੈਸ ਆ ਤਾਂ ਮਤਲਬ b ਦੀ ਵੈਲਿਊ ਹੋਊਗੀ 5 - 1 is sorry 6 - 1 is equal to 5 ਠੀਕ ਹੈ b ਦੀ ਵੈਲਿਊ ਆ ਜਾਏਗੀ 5 ਰਾਈਟ ਹੁਣ a ਦੀ ਵੈਲਿਊ ਦਿੱਤੀ ਆ 18 ਠੀਕ ਹੈ a ਦੀ ਵੈਲਿਊ 18 ਸੋ 6 ਤੀਏ 18 ਆ ਰਿਹਾ ਵਾ ਓਕੇ ਸੋ ਇਦਾਂ ਹੀ ਪੰਜੂ ਤੀਆ ਇੱਥੇ ਆ ਜਾਏਗਾ ਸਾਡੇ ਕੋਲ 15 ਰਾਈਟ ਇਹਨੂੰ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਆ ਇੱਕ ਵਾਰੀ ਸਿੱਧਾ ਪਰਸੈਂਟੇਜ ਕੱਢ ਕੇ ਠੀਕ ਆ ਜਿੱਦਾਂ ਆਪਾਂ ਟ੍ਰੈਡੀਸ਼ਨਲ ਵੇ ਨਾਲ ਪਰਸੈਂਟੇਜ ਕੱਢਦੇ ਹੀ ਆ ਦੇਖੋ ਜੇ ਆਪਾਂ ਟ੍ਰੈਡੀਸ਼ਨਲ ਵੇ ਨਾਲ ਆਪਾਂ ਪਰਸੈਂਟੇਜ ਕੱਢਣੀ ਹੋਊਗੀ ਇਹਦੇ ਕਿੱਦਾਂ ਕਰੋਗੇ ਆ ਦੇਖੋ ਹੁਣ ਇੱਕ ਵਾਰੀ a ਦਾ ਤੁਸੀਂ ਕਰੋਗੇ a ਦਾ a ਕਿੰਨੀ ਹੈ 18% ਠੀਕ ਹੈ 18% into 16.67% ਬਟੇ 100 ਠੀਕ ਹੈ ਇਸ ਤਰੀਕੇ ਨਾਲ ਕਰੋਗੇ ਠੀਕ ਹੈ ਹੁਣ ਇਹਦੀ ਤੁਸੀਂ ਪੈ ਜਾਓ ਕੈਲਕੂਲੇਸ਼ਨ ਦੇ ਚੱਕਰ ਦੇ ਵਿੱਚ ਠੀਕ ਹੈ ਲਾਓ ਇਹਦੇ ਵਿੱਚ ਮੈਥਮੈਟਿਕਸ ਠੀਕ ਹੈ ਗੁਣਾ ਕਰੋ ਪਹਿਲਾਂ ਗੁਣਾ ਕਰੋਗੇ ਅਲੱਗ ਤੋਂ ਲੰਬੀ ਚੌੜੀ ਠੀਕ ਹੈ ਫਿਰ ਜਿਹੜਾ ਹੈਗਾ ਤੁਹਾਡਾ ਕਿਤੇ ਜਾ ਕੇ ਆਨਸਰ ਆਉਣਾ ਵਾ ਰਾਈਟ ਸੋ ਇੱਥੇ ਮੈਂ ਤੁਹਾਨੂੰ ਦੇਖੋ ਕਿ ਕਿੰਨੇ ਸੌਖੇ ਤਰੀਕੇ ਨਾਲ ਠੀਕ ਹੈ ਆਪਾਂ ਸਿੱਧਾ ਕੱਢ ਲਿਆ ਇਹ ਤੁਸੀਂ ਔਰ ਇਹ ਚੀਜ਼ ਤੁਸੀਂ ਮਾਈਂਡ ਦੇ ਵਿੱਚ ਕਰ ਸਕਦੇ ਆ ਇਹ ਜਿਹੜੀ ਮੈਂ ਤੁਹਾਨੂੰ ਚੀਜ਼ ਸਿਖਾਈ ਹੈ ਨਾ ਇਹ ਇਟ ਵਿਲ ਗੋ ਇਨਟੂ ਯੋਰ ਮਾਈਂਡ ਇਹ ਪੈਨ ਤਾਂ ਜੋ ਪੈਨ ਚੱਕਣ ਦੀ ਵੀ ਲੋੜ ਨਹੀਂ ਹੈ ਬਿਕੋਜ਼ ਇਹ ਬਹੁਤ ਈਜ਼ੀ ਹੋ ਜਾਂਦਾ ਵਾ ਠੀਕ ਹੈ
ਤੁਹਾਨੂੰ ਪਤਾ ਵਾ ਕਿ ਤੁਸੀਂ ਦੇਖੋ ਯਾਦ ਕੀਤੀਆਂ ਹੋਣੀ ਜੇ ਫ੍ਰੈਕਸ਼ਨਸ ਵੀ ਇਹ ਇੰਨੇ ਪਰਸੈਂਟੇਜ ਤੇ ਇੰਨੇ ਫ੍ਰੈਕਸ਼ਨ ਆਉਂਦੀ ਆ ਠੀਕ ਹੈ ਤੁਹਾਨੂੰ ਪਤਾ ਲੱਗ ਜਾਏਗਾ ਅੱਛਾ 1/6 ਫ੍ਰੈਕਸ਼ਨ ਆ ਗਈ ਸੋ a 6 ਆ ਤਾਂ b ਜਿਹੜੀ ਹੈਗੀ ਆ ਉਹ ਇੱਥੇ ਘੱਟ ਆ ਠੀਕ ਹੈ ਲੈਸ ਆ ਤਾਂ 5 ਆ ਜਾਣਾ ਵਾ ਰਾਈਟ ਸੋ ਇੱਥੋਂ ਤੁਸੀਂ ਸਿੱਧਾ ਹਿਸਾਬ ਲਾ ਲੈਣਾ ਵੀ ਅੱਛਾ 6 ਤੀਏ 18 ਔਰ 5 ਤੀਏ 15 ਇਹ ਸਾਰੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਚੱਲਣੀ ਆ ਆਲਰਾਈਟ ਇੱਥੇ ਤੁਹਾਨੂੰ ਪੈਨ ਚੱਕਣਾ ਪੈਣਾ ਵਾ ਔਰ ਜਿਹੜਾ ਹੈਗਾ ਬਹੁਤ ਸਾਰਾ ਟਾਈਮ ਇੱਥੇ ਖਰਾਬ ਕਰਨਾ ਪੈਣਾ ਵਾ ਸੋ ਇਹ ਇੱਕ ਜਿਹੜਾ ਹੈਗਾ ਵਾ ਮੇਜਰ ਜਿਹੜਾ ਹੈਗਾ ਵਾ ਕਹਿ ਲਓ ਕਿ ਟ੍ਰਿਕ ਹੈਗਾ ਵਾ ਓਕੇ ਡੀਆਈ ਨੂੰ ਸੋਲਵ ਕਰਨ ਦਾ ਅੱਗੇ ਆਪਾਂ ਪ੍ਰੈਕਟਿਕਲ ਕੁਐਸਚਨ ਚੱਕਦੇ ਆ ਉਹਦੇ ਵਿੱਚ ਆਪਾਂ ਹੋਰ ਵੀ ਜੋ ਹੈ ਕੰਸਰਨ ਆ ਜਿੱਥੇ ਆਪਾਂ ਈਜ਼ੀਲੀ ਕਰ ਸਕਦੇ ਆ ਉਹ ਵੀ ਦੇਖਾਂਗੇ ਓਕੇ ਔਰ ਇਸ ਚੀਜ਼ ਦੀ ਪ੍ਰੈਕਟੀਕਲ ਉੱਥੇ ਕਰਕੇ ਦੇਖਾਂਗੇ ਰਾਈਟ ਹੁਣ ਦੇਖੋ ਅੱਛਾ ਇਹ ਸਾਡੇ ਕੋਲ ਆ ਗਿਆ ਕੁਐਸਚਨ ਠੀਕ ਹੈ ਟੇਬਲ ਚਾਰਟ ਸਾਡੇ ਕੋਲ ਆ ਗਿਆ ਵਾ ਸੋ ਡੀਆਈ ਦਾ ਕੁਐਸਚਨ ਹੈ ਟੇਬਲ ਚਾਰਟ ਟਾਈਪ ਰਾਈਟ ਸੋ ਸਭ ਤੋਂ ਪਹਿਲਾਂ ਹੁੰਦਾ ਵਾ ਸਾਡਾ ਕਿ ਅਸੀਂ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਸਟੇਟਮੈਂਟ ਔਰ ਟੇਬਲ ਦੇ ਕੰਟੈਂਟਸ ਨੂੰ ਸਮਝ ਲਈਏ ਰਾਈਟ ਸੋ ਜੇ ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗ ਜਾਣ ਤਾਂ ਹੀ ਅੱਗੇ ਅਸੀਂ ਕੁਐਸਚਨ ਸੋਲਵ ਕਰ ਸਕਦੇ ਹਾਂ ਸੋ ਇਹਨੂੰ ਬੜੇ ਆਰਾਮ ਦੇ ਨਾਲ ਜਿਹੜਾ ਹੈਗਾ ਦੇਖੋ ਕੀ ਦਿੱਤਾ ਗਿਆ ਵਾ given below table shows bank PO preliminary exam ਠੀਕ ਹੈ ਬੈਂਕ ਪੀਓ ਦੇ ਪ੍ਰੀਲਿਮਿਨਰੀ ਐਗਜ਼ਾਮ ਦੀ ਨੰਬਰ ਸ਼ੋ ਕੀਤੇ ਗਏ ਆ ਅਪੀਅਰਡ ਬਾਈ 6 ਕੈਂਡੀਡੇਟ ਠੀਕ ਹੈ ਸੋ ਕੈਂਡੀਡੇਟ ਇੱਧਰ ਦਿੱਤੇ ਹੋਏ ਆ 6 ਠੀਕ ਹੈ ਐਂਡ ਨੰਬਰ ਆਫ ਐਗਜ਼ਾਮ ਕਲੀਅਰਡ ਬਾਈ ਥੀਸ ਕੈਂਡੀਡੇਟਸ ਓਕੇ ਸੋ ਅਪੀਅਰਡ ਵੀ ਦਿੱਤੇ ਆ ਕਿ ਕਿੰਨਿਆਂ ਦੇ ਵਿੱਚ ਉਹ ਅਪੀਅਰ ਹੋਏ ਆ ਇਹ ਕੈਂਡੀਡੇਟ ਔਰ ਕਿੰਨੇ ਉਹਨਾਂ ਨੇ ਐਗਜ਼ਾਮ ਕਲੀਅਰ ਕੀਤੇ ਆ ਸਮ ਡਾਟਾ ਇਜ਼ ਮਿਸਿੰਗ ਓਕੇ ਕੁਝ ਡਾਟਾ ਆਪਾਂ ਦੇਖ ਰਹੇ ਹਾਂ ਮਿਸਿੰਗ ਹੋ ਰਿਹਾ ਵਾ ਰੀਡ ਦਾ ਡਾਟਾ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਠੀਕ ਹੈ ਸੋ ਆਪਾਂ ਡਾਟੇ ਤੋਂ ਜਿਹੜੀ ਹੈਗੀ ਆ ਅੱਗੇ ਆਉਣ ਵਾਲੇ ਕੁਐਸਚਨ ਜਿਹੜੇ ਹੈਗੇ ਆ ਉਹ ਕਰਨੇ ਆ ਸੋਲਵ ਰਾਈਟ ਸੋ ਸਮਝ ਲੱਗੀ ਪਹਿਲਾਂ ਸਾਨੂੰ ਦਿੱਤਾ ਗਿਆ ਵਾ ਇਧਰ ਕੈਂਡੀਡੇਟ ਦਿੱਤੇ ਗਏ ਆ 6 ਕੈਂਡੀਡੇਟ ਉਹਨਾਂ ਦੇ ਨਾਮ ਓਕੇ ਫਿਰ ਆਪਾਂ ਨੂੰ ਦਿੱਤਾ ਗਿਆ ਵਾ ਕਿ ਨੰਬਰ ਆਫ ਬੈਂਕ ਪੀਓ ਪ੍ਰੀਲਿਮਿਨਰੀ ਐਗਜ਼ਾਮ ਅਪੀਅਰਡ ਠੀਕ ਹੈ ਉਹ ਐਗਜ਼ਾਮ ਦੇ ਵਿੱਚ ਕਿੰਨੀ ਵਾਰੀ ਅਪੀਅਰ ਹੋਏ ਰਾਈਟ ਦਿਸ ਇਜ਼ ਦਾ ਕੀਵਰਡ ਇਹਦੇ ਵਿੱਚ ਅਪੀਅਰਡ ਓਕੇ ਇਹ ਅਗਲਾ ਜਿਹੜਾ ਹੈਗਾ ਕਾਲਮ ਉਹ ਦੱਸਦਾ ਨੰਬਰ ਆਫ ਐਗਜ਼ਾਮ ਕਲੀਅਰਡ ਠੀਕ ਹੈ ਕਿੰਨੇ ਉਹਨਾਂ ਨੇ ਕਲੀਅਰ ਕੀਤੇ ਇਹ ਸਾਡਾ ਕਲੀਅਰ ਵਾਲਾ ਇਹਦੇ ਵਿੱਚ ਕੀਵਰਡ ਹੈ ਓਕੇ ਸੋ ਇਹ ਜੋ ਹੈ ਟੇਬਲ ਹੈ ਉਮੀਦ ਕਰਦਾ ਮੈਂ ਤੁਹਾਨੂੰ ਟੇਬਲ ਸਮਝ ਲੱਗ ਗਿਆ ਹੋਵੇਗਾ ਰਾਈਟ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਕਿ ਅਗਰ ਆਦਰਸ਼ ਹੈ ਤਾਂ ਇਹਨੇ 48 ਵਾਰ ਪੇਪਰ ਦਿੱਤਾ ਔਰ ਇਹਨੇ 18 ਵਾਰ ਪੇਪਰ ਕਲੀਅਰ ਕੀਤਾ ਠੀਕ ਹੈ ਬਟ ਇਹ ਨਹੀਂ ਸਮਝ ਲੱਗਦਾ ਵੀ ਇਹਨੇ ਇਨ ਵਾਰੀ ਪੇਪਰ ਕਿਉਂ ਕਲੀਅਰ ਕੀਤਾ ਹੈ ਹਾਂਜੀ ਅੱਛਾ ਅੱਗੇ ਆ ਗਿਆ ਆਪਣੇ ਕੋ ਕੁਐਸਚਨ ਨੰਬਰ 1 ਠੀਕ ਹੈ ਸੋ ਪਹਿਲਾ ਕੁਐਸਚਨ ਹੈ ਇਹਨੂੰ ਪੜੋ if the number of exam appeared by ਵੀਰ ਠੀਕ ਹੈ ਵੀਰ ਦੀ ਗੱਲ ਚੱਲ ਰਹੀ ਹੈ ਵੀਰ ਦੇ ਨੰਬਰ ਆਫ ਐਗਜ਼ਾਮ ਅਪੀਅਰਡ ਇਜ਼ 20% more than that of ਹਰਸ਼ ਠੀਕ ਹੈ ਹਰਸ਼ ਦੀ ਗੱਲ ਚੱਲ ਰਹੀ ਹੈ ਇਹਨੂੰ ਯਾਰਾ ਟੇਬਲ ਦੇ ਵਿੱਚ ਕਰੋ ਤਾਂ ਟਿਕ ਮਾਰਕ ਵੀਰ ਓਕੇ ਐਂਡ ਹਰਸ਼ ਠੀਕ ਹੈ ਵੀਰ ਦੇ ਜਿਹੜੇ ਆ ਹਰਸ਼ ਦੇ ਨਾਲੋਂ 20% ਮੋਰ ਆ ਓਕੇ ਇੱਥੇ ਲਗਾ ਲੈਣੇ ਆ 20% ਮੋਰ ਕਿਉਂਕਿ ਅਪੀਅਰ ਦੀ ਗੱਲ ਕੀਤੀ ਆ ਠੀਕ ਹੈ ਅਪੀਅਰਡ ਦੀ ਗੱਲ ਕੀਤੀ ਆ ਸੋ ਆਪਾਂ ਇਸ ਕਾਲਮ ਦੇ ਉੱਤੇ ਸਾਡਾ ਨਿਸ਼ਾਨਾ ਹੋਏਗਾ ਰਾਈਟ ਐਂਡ ਦੈਨ ਫਾਈਂਡ ਦਾ ਪਰਸੈਂਟੇਜ ਆਫ ਐਗਜ਼ਾਮ ਕਲੀਅਰਡ ਬਾਈ ਵੀਰ ਠੀਕ ਹੈ ਹੁਣ ਇਹ ਕਹਿੰਦੇ ਆ ਕਿ ਕਲੀਅਰ ਕਿੰਨੇ ਕੀਤੇ ਆ ਵੀਰ ਨੇ ਐਗਜ਼ਾਮ ਰਾਈਟ ਸੋ ਸਾਨੂੰ ਪਤਾ ਵਾ ਕਿ 12 ਕਲੀਅਰ ਕੀਤੇ ਆ ਪਰ ਪਰਸੈਂਟੇਜ ਪਤਾ ਕਰਨ ਲਈ ਸਾਨੂੰ ਆਹ ਟਰਮ ਚਾਹੀਦੀ ਆ ਰਾਈਟ ਕਿ ਕਿੰਨਿਆਂ ਵਿੱਚ ਉਹ ਅਪੀਅਰ ਹੋਇਆ ਔਰ ਉਹਦੇ ਵਿੱਚ ਉਹਨੇ ਕਿੰਨੇ ਕਲੀਅਰ ਕਰ ਲਏ ਰਾਈਟ ਸੋ ਇਹ ਸਾਨੂੰ ਜੋ ਹੈ ਟਰਮ ਕਿੱਥੋਂ ਪਤਾ ਲੱਗੇਗੀ ਅੱਜ ਸਾਨੂੰ ਦੱਸਿਆ ਹੋਇਆ ਕਿ ਹਰਸ਼ ਤੋਂ 20% ਜ਼ਿਆਦਾ ਵਾ ਹੁਣ ਦੱਸੋ ਕਿ ਹਰਸ਼ ਦਾ ਜਿਹੜਾ ਹੈਗਾ 35 ਦਾ ਜਿਹੜਾ ਹੈਗਾ ਵਾ ਉਹ 20% ਕਿੰਨਾ ਹੋਇਆ ਓਕੇ ਸੋ 35 ਦੂਣਾ 70 ਓਕੇ 70 ਹੋ ਗਿਆ ਸੋ ਇੱਥੇ 70 ਲਿਖਾਂ ਮੈਂ ਵੀਰ ਨੇ 70 ਵਾਰ ਪੇਪਰ ਦਿੱਤਾ ਰਾਈਟ ਨਹੀਂ ਇਹ ਜਿਹੜਾ ਹੈਗਾ ਵਾ ਵੀਰ ਨੇ ਤੁਸੀਂ ਦੇਖੋਗੇ 35 ਦਾ 20% 70 ਤਾਂ ਹੋ ਨਹੀਂ ਸਕਦਾ 70 ਤਾਂ ਡਬਲ ਆ ਰਾਈਟ ਸੋ ਇੱਥੇ 7% ਆਏਗਾ ਓਕੇ ਜਿਹਨੂੰ ਇਹ ਨਹੀਂ ਸਮਝ ਲੱਗੀ ਵੀ ਕਿਸ ਤਰ੍ਹਾਂ ਪਰਸੈਂਟੇਜ ਕੱਢ ਲਈ ਉਹ ਟ੍ਰਿਕ ਦੇਖ ਲਓ ਠੀਕ ਹੈ ਜੋ ਮੈਂ ਇਸ ਤੋਂ ਪਹਿਲਾਂ ਵੀਡੀਓ ਬਣਾਈ ਹੋਈ ਹੈ ਕਿ ਪਰਸੈਂਟੇਜ ਕਿਵੇਂ ਫਾਈਂਡ ਆਊਟ ਕਰਨੀ ਹੈ ਇਹ ਡਾਇਰੈਕਟ ਮੈਥਡ ਹੁੰਦਾ ਜਿਹਦੇ ਵਿੱਚ ਅਸੀਂ ਦੋਨੋਂ ਡਿਜਿਟਸ ਨੂੰ ਮਲਟੀਪਲਾਈ ਕਰ ਦਿੰਨੇ ਆ ਜ਼ੀਰੋਆਂ ਨੂੰ ਕਰ ਦਿੰਨੇ ਆ ਇਗਨੋਰ ਠੀਕ ਹੈ 35 ਦੂਣਾ 70 ਠੀਕ ਹੈ ਸਾਡੇ ਕੋਲ 70 ਆਇਆ ਸੋ ਵੀਰ ਦਾ ਕਿਆ 70 ਆਂਸਰ ਲਿਖ ਦਈਏ ਪਰ ਨਹੀਂ ਫਿਰ ਇੱਥੇ ਅਸੀਂ ਯੂਜ਼ ਕਰਦੇ ਹਾਂ ਕਾਮਨ ਸੈਂਸ ਆਪਣੀ ਕਿ 35 ਦਾ ਜਿਹੜਾ 20% ਆ ਉਹ 70 ਤਾਂ ਨਹੀਂ ਹੋ ਸਕਦਾ ਠੀਕ ਹੈ ਤੁਸੀਂ ਹੁਣ ਛੋਟੇ ਬੱਚੇ ਨਹੀਂ ਆ ਤੁਹਾਨੂੰ ਪਤਾ ਵਾ ਠੀਕ ਹੈ ਕਿ 35 ਦਾ ਜਿਹੜਾ 20% 70 ਨਹੀਂ ਹੋ ਸਕਦਾ ਠੀਕ ਹੈ ਸੋ ਕਿੰਨਾ ਆਏਗਾ 7 ਆਏਗਾ ਕਿ 0.7 ਆਏਗਾ ਠੀਕ ਹੈ ਸੋ 0.7 ਵੀ ਬਿਲਕੁਲ ਨਹੀਂ ਆਏਗਾ ਓਕੇ
ਸੋ ਇਹ ਜਿਹੜਾ ਹੈਗਾ ਮੈਂ ਤੁਹਾਡੀ ਇੰਟੈਲੀਜੈਂਸ ਦੇ ਉੱਤੇ ਬਿਲੀਵ ਕਰਦੇ ਹੋਏ ਇਹ ਤੁਹਾਨੂੰ ਮੈਥਡ ਸਿਖਾਇਆ ਸੀ ਕਿ ਤੁਸੀਂ ਯੂ ਕੈਨ ਫਿਗਰ ਆਊਟ ਕਿ ਕਿੰਨੀਆਂ ਜ਼ੀਰੋਆਂ ਲੱਗਣੀਆਂ ਵਾ, ਠੀਕ ਹੈ, ਟਰਮ ਨੂੰ ਦੇਖ ਕੇ। ਓਕੇ, ਸੋ ਇਸ ਤਰੀਕੇ ਨਾਲ ਸਾਤੋਂ ਆ ਗਿਆ ਇੱਥੇ ਮਤਲਬ 7% ਵੱਧ ਆ 35 ਦੇ ਨਾਲੋਂ 7 ਜਿਹੜਾ ਹੈਗਾ ਜ਼ਿਆਦਾ ਵਾ। ਓਕੇ, ਸੋ 35 ਜਮਾ 7, ਸੋ ਐਕਚੁਅਲ ਸਾਡੇ ਕੋਲ ਕਿੰਨਾ ਆ ਜਾਏਗਾ ਇੱਥੇ 42। ਵੀਰ ਕਿੰਨੀ ਵਾਰੀ ਅਪੀਅਰ ਹੋਇਆ 42, ਰਾਈਟ। ਸੋ 35 ਦਾ 20% ਕਿੰਨਾ ਹੋਇਆ 7, ਠੀਕ ਹੈ, ਠੀਕ ਹੈ। ਔਰ ਆਪਾਂ ਦੇਖਿਆ ਕਿ ਇਹ ਇਤੋਂ 7% ਜ਼ਿਆਦਾ ਵਾ। ਓਕੇ, ਰਾਈਟ। ਜਾਂ ਤੁਸੀਂ ਇਸ ਤਰੀਕੇ ਨੂੰ ਜਦੋਂ ਆਪਾਂ ਜੋ ਇਹੀ ਚੀਜ਼ ਜੋ ਆਪਾਂ ਫ੍ਰੈਕਸ਼ਨ ਵਾਲੀ ਗੱਲ ਕੀਤੀ ਹੈ, ਠੀਕ ਹੈ, ਸੋ ਉਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਕਰ ਸਕਦੇ ਆ, ਬਿਲਕੁਲ ਠੀਕ ਹੈ। ਜੋ ਫ੍ਰੈਕਸ਼ਨ ਆਪਾਂ ਦੇਖਿਆ ਸੀਗਾ 20% ਕਿੰਨੇ ਫ੍ਰੈਕਸ਼ਨ ਹੁੰਦਾ ਵਾ 1/5। ਓਕੇ, ਸੋ ਅਗਰ ਹਰਸ਼ ਜਿਹੜਾ ਹੈਗਾ ਵਾ ਉਹ 5 ਵਾਰੀ ਪੇਪਰ ਦੇ ਵਿੱਚ ਅਪੀਅਰ ਹੁੰਦਾ ਵਾ ਤਾਂ ਵੀਰ ਕਿੰਨੇ ਵਾਰੀ ਹੋ ਰਿਹਾ ਵਾ 6 ਵਾਰੀ। ਅਗਰ ਹਰਸ਼ 35 ਵਾਰੀ ਹੋ ਰਿਹਾ ਵਾ, ਠੀਕ ਹੈ, ਸੋ ਇਹਦਾ ਮਤਲਬ 5 7 35। ਓਕੇ, ਸੋ 6 ਵਾਰੀ ਹੋ ਰਿਹਾ, ਤਾਂ ਵੀਰ ਵੀ ਇਸੇ ਤਰ੍ਹਾਂ ਹੋਏਗਾ 6 × 7 7 6 42, ਰਾਈਟ। ਸੋ ਇੱਥੇ ਤੁਸੀਂ ਸਿੱਧਾ ਜਿਹੜਾ ਹੈਗਾ 42 ਇਸ ਤਰੀਕੇ ਨਾਲ ਕੱਢ ਸਕਦੇ ਆ। ਸੋ ਪਹਿਲੇ ਵਾਲਾ ਤਰੀਕਾ ਆਸਾਨ ਲੱਗਾ ਕਿ ਇਹ ਵਾਲਾ ਤਰੀਕਾ ਆਸਾਨ ਲੱਗਾ, ਉਹਦੇ ਵਿੱਚ ਮੈਂ ਤੁਹਾਨੂੰ ਪਰਸੈਂਟੇਜ ਕੱਢ ਕੇ ਦਿਖਾਈ। ਓਕੇ, ਇੱਥੇ ਆਪਾਂ ਜੋ ਸਿੱਧਾ ਫ੍ਰੈਕਸ਼ਨ ਵਾਲਾ ਮੈਥਡ ਜਿਹੜਾ ਸੀਗਾ ਵਰਤਿਆ ਉਹ ਕੀਤਾ, ਰਾਈਟ। ਸੋ ਅਫਕੋਰਸ ਇਹੀ ਤੁਹਾਨੂੰ ਆਸਾਨ ਲੱਗਿਆ ਹੋਵੇਗਾ। ਇਹਦੇ ਵਿੱਚ ਦੇਖੋ ਘੱਟ ਚੱਕਰ ਪਿਆ, ਸਿੱਧਾ ਸਾਡੇ ਕੋਲ ਵੀਰ ਦੀ ਵੀਰ ਦੇ ਜਿਹੜੀ ਹੈਗੀ ਆ ਉਹ ਵੈਲਿਊ ਆ ਗਈ, ਰਾਈਟ। ਹੁਣ ਇੱਥੇ ਦੇਖੋ ਆਪਾਂ ਨੂੰ ਪੁੱਛਿਆ ਕੀ ਕਿਹਾ ਵਾ ਕਿ ਵੀਰ ਨੇ ਕਿੰਨੇ ਪਰਸੈਂਟੇਜ ਪੇਪਰ ਜਿਹੜੇ ਹੈਗੇ ਆ ਕਲੀਅਰ ਕੀਤੇ। ਓਕੇ, ਸੋ ਵੀਰ ਦੀ ਕਲੀਅਰ ਪਰਸੈਂਟੇਜ ਪੁੱਛੀ ਗਈ ਆ। ਸੋ ਵੀਰ ਨੇ ਕਿੰਨੇ ਕਲੀਅਰ ਕੀਤੇ 12/42 ਗੁਣਾ 100, ਠੀਕ ਹੈ। ਇਹਦੀ ਕੱਟ ਦਿਓ ਕੱਟ ਵੱਡ, ਠੀਕ ਹੈ। ਕਿੰਨਾ ਚਲੇ ਗਿਆ 4 ਤੇ ਚਲੇ ਗਿਆ, 4 ਤੇ ਗਿਆ ਕਿ ਨਹੀਂ ਗਿਆ, ਨਹੀਂ 4 ਤੇ ਨਹੀਂ ਜਾ ਰਿਹਾ, ਇਹ 2 ਤੇ ਹੀ ਜਾਏਗਾ, ਪਹਿਲਾਂ 2 ਤੇ ਕਰਕੇ ਦੇਣੇ ਆ, ਠੀਕ ਹੈ। 6 21, ਓਕੇ, ਹੁਣ 3 ਤੇ ਜਾ ਰਿਹਾ ਵਾ 2 ਔਰ 7, ਠੀਕ ਹੈ, ਮਤਲਬ 200/7 ਜੇ ਆਪਾਂ ਇਹਨੂੰ ਕਰ ਦਈਏ ਡਿਵਾਈਡ ਤਾਂ 7 ਦੂਣੀ 14, 6 ਬਾਕੀ 60 ਔਰ 8 7 56, ਠੀਕ ਹੈ, 4 ਬਾਕੀ, ਸੋ 28 ਸਹੀ 4/7, ਠੀਕ ਹੈ। ਇਹ ਸਾਡਾ ਪਰਸੈਂਟੇਜ ਇੱਥੇ ਬਣ ਰਿਹਾ ਵਾ, ਰਾਈਟ। ਆਪਸ਼ਨ ਨੰਬਰ ਏ ਜਿਹੜਾ ਹੈਗਾ ਸਾਡਾ ਆਨਸਰ ਆ ਗਿਆ। ਲੱਗੀ ਸਮਝ ਕਿਸ ਤਰੀਕੇ ਨਾਲ ਪਰਸੈਂਟੇਜ ਕੱਢੀ ਆ, ਠੀਕ ਹੈ। ਜਿੰਨੇ ਉਹਨੇ ਕਲੀਅਰ ਕੀਤੇ 12 ਕਲੀਅਰ ਕੀਤੇ, ਕਿੰਨਿਆਂ ਚੋਂ 42 ਦੇ ਵਿੱਚੋਂ ਕਲੀਅਰ, 42 ਚ ਅਪੀਅਰ ਹੋਇਆ, 12 ਕੀਤੇ ਕਲੀਅਰ, ਰਾਈਟ। ਸੋ ਇਹ ਤੋਂ ਕੱਟ ਵੱਢ ਕਰਕੇ ਸਾਡੇ ਕੋਲ ਆਨਸਰ ਕਿੰਨਾ ਆ ਗਿਆ 28 ਸਹੀ 4/7। ਓਕੇ, ਹਾਂਜੀ। ਅਗਲਾ ਕੁਐਸਚਨ ਨੰਬਰ 2 ਨੋਟ 1, ਰਾਈਟ। ਸੋ ਅਗਲਾ ਕੁਐਸਚਨ ਹੁਣ ਫੇਰ ਪੜ੍ਹਦੇ ਆ। ਦੇਖੋ ਸਟੇਟਮੈਂਟ ਪੜ੍ਹਨੀ ਜਿਹੜੀ ਹੈ ਬਹੁਤ ਜ਼ਰੂਰੀ ਆ, ਇਹਦੇ ਵਿੱਚ ਹੀ ਤੁਹਾਨੂੰ ਕਨਫਿਊਜ਼ ਕੀਤਾ ਜਾਂਦਾ ਵਾ। ਕਿਤੇ ਤੁਹਾਨੂੰ ਅਪੀਅਰਡ ਮਿਲੇਗਾ, ਠੀਕ ਹੈ, ਕਿਤੇ ਤੁਹਾਨੂੰ ਕਲੀਅਰਡ ਮਿਲੇਗਾ। ਓਕੇ, ਸੋ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਨਹੀਂ ਫਸਣਾ। ਸੋ ਟੋਟਲ ਨੰਬਰ ਆਫ ਐਗਜ਼ਾਮ ਇਨ ਵਿਚ ਸੁਮੀਤ ਅਪੀਅਰਡ ਇਜ਼ 10% ਮੋਰ ਦੈਨ ਦੈਟ ਆਫ ਵੀਰ ਅਪੀਅਰਡ, ਠੀਕ ਹੈ। ਸੋ ਸੁਮੀਤ ਜਿਹੜਾ ਹੈਗਾ ਵਾ ਉਹ ਸੁਮੀਤ ਦੇਖੀਏ ਕਿੱਥੇ ਆ, ਇਹ ਸੁਮੀਤ ਦੀ ਗੱਲ ਕੀਤੀ ਹੈ। ਓਕੇ, ਐਂਡ ਦੈਨ ਦੈਟ ਆਫ ਵੀਰ ਅਪੀਅਰਡ, ਵੀਰ ਦੀ ਗੱਲ ਕੀਤੀ ਗਈ ਆ, ਰਾਈਟ। ਸੋ ਇੱਥੇ ਅਸੀਂ ਜੋ ਪਿੱਛੇ ਵਾਲਾ ਡਾਟਾ ਕੱਢਿਆ ਸੀ 42, ਉਹਨੂੰ ਨਹੀਂ ਅਸੀਂ ਲੈਣਾ ਅਲੱਗ, ਉਹ ਇਹ ਜਿਹੜਾ ਹੈਗਾ ਕੁਐਸਚਨ ਅਲੱਗ ਆ, ਰਾਈਟ। ਇਫ ਸੁਮੀਤ ਅਪੀਅਰਡ in 4 less exam than others then find the number of exam। ਹੁਣ ਜਿਹੜਾ ਹੈਗਾ ਵਾ if ਸੁਮੀਤ appeared in 4 less than ਆਦਰਸ਼ ਦੀ ਗੱਲ ਆ ਗਈ ਆ ਹੁਣ ਇੱਥੇ, ਠੀਕ ਹੈ। ਸੋ ਆਦਰਸ਼ ਕਿੰਨੇ ਚ ਅਪੀਅਰ ਹੋਇਆ 48 ਦੇ ਵਿੱਚ ਅਪੀਅਰ ਹੋਇਆ, ਤਾਂ ਸੁਮੀਤ ਕਿੰਨੇ ਦੇ ਵਿੱਚ ਅਪੀਅਰ ਹੋਇਆ ਹੋਊਗਾ, ਠੀਕ ਹੈ, 4 ਘੱਟ ਆ ਆਦਰਸ਼ ਤੋਂ ਤਾਂ 44। ਓਕੇ, then find number of exam which ਵੀਰ did not clear, ਠੀਕ ਹੈ। ਵੀਰ ਨੇ ਕਿੰਨੇ ਐਗਜ਼ਾਮ ਕਲੀਅਰ ਨਹੀਂ ਕੀਤੇ, ਸਾਨੂੰ ਇਹ ਤਾਂ ਪਤਾ ਵਾ ਵੀਰ ਨੇ ਕਿੰਨੇ ਐਗਜ਼ਾਮ ਕਲੀਅਰ ਕੀਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਕਿੰਨਿਆਂ ਦੇ ਵਿੱਚ ਅਪੀਅਰ ਹੋਇਆ, ਠੀਕ ਹੈ। ਔਰ ਇਹਨਾਂ ਦੋਨਾਂ ਦਾ ਡਿਫਰੈਂਸ ਹੀ ਜਿਹੜਾ ਹੈਗਾ ਉਹ ਸਾਨੂੰ ਦੱਸੇਗਾ ਕਿ ਵੀਰ ਨੇ ਕਿੰਨੇ ਐਗਜ਼ਾਮ ਕਲੀਅਰ ਨਹੀਂ ਕੀਤੇ, ਰਾਈਟ। ਸੋ ਅਸੀਂ ਪਿਛਲੀ ਵਾਰੀ ਜੋ ਇੱਥੇ 42% ਕੱਢਿਆ, 42 ਇਹਦਾ ਨੰਬਰ ਕੱਢਿਆ ਸੀ ਇੱਥੇ, ਉਹ ਅਸੀਂ ਇਹਨੂੰ ਨਹੀਂ ਕੰਸੀਡਰ ਕਰਨਾ ਕਿਉਂਕਿ ਇਹਦੇ ਵਿੱਚ ਸਾਨੂੰ ਹੋਰ ਇਕੁਏਸ਼ਨ ਦਿੱਤੀ ਹੋਈ ਹੈ।
ਸਾਨੂੰ ਇਹ ਦੱਸਿਆ ਹੋਇਆ ਕਿ ਸੁਮੀਤ ਅਪੀਅਰਡ 10% ਮੋਰ ਦੈਨ ਦੈਟ ਆਫ ਵੀਰ ਅਪੀਅਰਡ। ਠੀਕ ਹੈ, ਸੋ ਹੁਣ ਇੱਥੇ ਸਾਨੂੰ ਲਿੰਕ ਜਿਹੜਾ ਹੈਗਾ ਵਾ ਸੁਮੀਤ ਔਰ ਵੀਰ ਦਾ ਦਿੱਤਾ ਗਿਆ ਵਾ। ਠੀਕ ਹੈ, ਸੋ ਆਓ ਇਹਨੂੰ ਇੱਕ ਵਾਰੀ ਫੇਰ ਉਸੇ ਤਰੀਕੇ ਨਾਲ ਦੇਖਦੇ ਹਾਂ। 10% ਮੋਰ ਦੀ ਗੱਲ ਕੀਤੀ ਗਈ ਆ। ਓਕੇ, ਸੋ ਵੀਰ ਅਗਰ ਅੱਛਾ 10% ਦੀ ਰੇਸ਼ੋ ਕਿੰਨੀ ਹੋਈ ਆ 1/10। ਓਕੇ, ਸੋ ਅਗਰ ਵੀਰ ਜਿਹੜਾ ਹੈਗਾ ਉਹ 10 ਦੇ ਵਿੱਚ ਅਪੀਅਰ ਹੁੰਦਾ ਵਾ ਤਾਂ ਸੁਮੀਤ ਕਿੰਨੇ ਦੇ ਵਿੱਚ ਅਪੀਅਰ ਹੁੰਦਾ ਵਾ 11 ਦੇ ਵਿੱਚ। ਓਕੇ, ਹੁਣ ਸੁਮੀਤ ਇੱਥੇ ਹੋਇਆ ਵਾ 44 ਦੇ ਵਿੱਚ ਅਪੀਅਰ। ਠੀਕ ਹੈ, 11 ਚੌਕ 44। ਠੀਕ ਹੈ, ਸੋ ਵੀਰ ਕਿੰਨੇ ਦੇ ਵਿੱਚ ਹੋਇਆ ਹੋਊਗਾ 10 ਚੌਕ 40। ਠੀਕ ਹੈ, ਓਕੇ, ਸੋ ਸਾਨੂੰ ਇੱਥੇ ਨੰਬਰ ਜਿਹੜਾ ਹੈਗਾ ਆ ਗਿਆ ਉਹ ਆ ਗਿਆ 40। ਰਾਈਟ, ਹੁਣ ਸਾਨੂੰ ਪਤਾ ਲੱਗ ਗਿਆ ਵੀ 40 ਚੋਂ 12 ਘਟਾਵਾਂਗੇ ਤਾਂ ਸਾਨੂੰ ਪਤਾ ਲੱਗ ਜਾਣਾ ਕਿ ਕਿੰਨਿਆਂ ਦੇ ਵਿੱਚ ਉਹ ਨਹੀਂ ਕਲੀਅਰ ਕੀਤਾ। 40 ਵਿੱਚੋਂ 12 ਘਟਾਏ ਤਾਂ ਆਪਸ਼ਨ ਆਇਆ ਸਾਡਾ 28। ਆਪਸ਼ਨ ਈ ਆਇਆ ਸਾਡਾ ਆਨਸਰ। ਓਕੇ, ਸੋ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਕਿੰਨਾ ਯੂਜ਼ ਹੈ ਇਹ ਰੇਸ਼ੋ ਵਾਲੇ ਦਾ ਹਿਸਾਬ ਕਿਤਾਬ ਦਾ, ਕਿ ਤੁਹਾਨੂੰ ਬੜੀ ਈਜ਼ੀਲੀ ਜਿਹੜਾ ਹੈਗਾ ਇਹ ਦੇਖ ਦਿੰਦੇ। ਹੁਣ ਤੁਸੀਂ ਇਹੀ ਕੁਐਸਚਨ ਆਪ ਟਰਾਈ ਕਰੋ ਕਿ ਬਿਨਾਂ ਰੇਸ਼ੋ ਤੁਸੀਂ ਜੋ ਟ੍ਰੈਡੀਸ਼ਨਲ ਮੈਥਡ ਪਰਸੈਂਟੇजेस ਦਾ ਲਗਾਉਂਦੇ ਆ, ਰਾਈਟ, ਸੋ ਉਹ ਜੇ ਲਗਾਓਗੇ ਤਾਂ ਤੁਹਾਨੂੰ ਕਿੰਨਾ ਜ਼ਿਆਦਾ ਜਿਹੜਾ ਹੈਗਾ ਵਾ ਉਹ ਚੱਕਰ ਪਏਗਾ। ਓਕੇ, ਸੋ ਇਸ ਫ੍ਰੈਕਸ਼ਨ ਵਾਲੀ ਚੀਜ਼ ਨੂੰ ਜਿਹੜਾ ਹੈਗਾ ਤੁਸੀਂ ਬਿਲਕੁਲ ਉਹ ਫ੍ਰੈਕਸ਼ਨ ਸਾਰੀਆਂ ਯਾਦ ਕਰ ਲਓ ਔਰ ਇਹਨੂੰ ਅਪਲਾਈ ਕਰਨਾ ਸਿੱਖ ਲਓ ਕਿ ਇਹਨੂੰ ਕਿਸ ਤਰੀਕੇ ਨਾਲ ਅਪਲਾਈ ਕਰਨਾ ਵਾ। ਰਾਈਟ, ਤੁਹਾਨੂੰ ਅੱਗੇ ਹੋਰ ਐਗਜ਼ਾਮਪਲਸ ਇਹਦੀਆਂ ਮਿਲਦੀਆਂ ਜਾਣਗੀਆਂ। ਜੇ ਇੱਥੇ ਨਹੀਂ ਕਲੀਅਰ ਹੋਇਆ ਤਾਂ ਅੱਗੇ ਵੀ ਕਲੀਅਰ ਹੋ ਸਕਦਾ ਵਾ। ਰਾਈਟ, ਅਗਲਾ ਕੁਐਸਚਨ ਦੇਖੋ, ਇਫ ਦਾ ਪਰਸੈਂਟੇਜ ਆਫ ਐਗਜ਼ਾਮ ਕਲੀਅਰਡ ਬਾय ਆਯੂਸ਼, ਅੱਛਾ ਆਯੂਸ਼ ਦੀ ਗੱਲ ਆ ਗਈ, ਇਜ਼ 41 ਮਤਲਬ 41 ਸਹੀ 2/3। ਰੀਡ ਇਟ ਲਾਈਕ ਦਿਸ, 41 ਸਹੀ 2/3%। ਓਕੇ, then find the exam which Ayush did not clear. Then find the exam which Ayush did not clear or what percentage of the total exam in which Harsh appeared। ਠੀਕ ਹੈ, ਸੋ ਕਾਫੀ ਇਹਦੇ ਵਿੱਚ ਦੇਖੋ ਤੁਸੀਂ ਭੁਲੇਖੇ ਪਾਏ ਜਾ ਰਹੇ ਆ। ਸੋ ਅਸੀਂ ਪਹਿਲਾਂ ਮਾਰਕ ਕਰ ਲੈਣੇ ਆਯੂਸ਼ ਨੂੰ, ਆਯੂਸ਼ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਦੇਖੋ ਕਿ ਹਰਸ਼ ਦੀ ਗੱਲ ਕੀਤੀ ਗਈ ਹੈ। ਰਾਈਟ, ਸੋ ਹਰਸ਼ ਦੇ ਵਿੱਚ ਕੀ ਕਿਹਾ ਗਿਆ ਵਾ ਕਿ ਟੋਟਲ ਐਗਜ਼ਾਮ ਇਨ ਵਿਚ ਹਰਸ਼ ਅਪੀਅਰਡ। ਸੋ ਹਰਸ਼ ਕਿੰਨੇ ਐਗਜ਼ਾਮ ਚ ਅਪੀਅਰ ਹੋਇਆ 35% ਦੇ ਵਿੱਚ, 35 ਐਗਜ਼ਾਮ ਦੇ ਵਿੱਚ। ਠੀਕ ਹੈ, ਇਹ ਸਾਡੇ ਕੋਲ ਹੈਗਾ ਵਾ। ਠੀਕ ਹੈ, ਸੋ ਆਯੂਸ਼ ਦੇ ਕਲੀਅਰ ਦੀ ਪਰਸੈਂਟੇਜ ਸਾਨੂੰ ਦਿੱਤੀ ਹੈ 41/2 ਔਰ ਇੱਥੋਂ ਆਪਾਂ ਕੱਢਾਂਗੇ ਕਿ ਕਿੰਨੇ ਐਗਜ਼ਾਮ ਦੇ ਵਿੱਚ ਕਿੰਨੇ ਐਗਜ਼ਾਮ ਉਹਨੇ ਕਲੀਅਰ ਕੀਤੇ ਆ। ਰਾਈਟ, ਸੋ ਆਓ ਪਹਿਲਾਂ ਇਹੀ ਕੱਢ ਲੈਂਦੇ ਆ 41/2। ਇਹਨੂੰ ਅਸੀਂ ਸੋਲਵ ਕਰੀਏ ਫ੍ਰੈਕਸ਼ਨ ਦੇ ਵਿੱਚ ਤਾਂ ਇਹ ਕਿੰਨਾ ਆ ਜਾਏਗਾ, ਇਹ ਆ ਜਾਏਗਾ ਸਾਨੂੰ 41 ਤੀਆ 123 ਜਮਾ 2 125 125/3 परसेंटेज। ओके, और इन्ने परसेंट होया, या इनू परसेंटेज नू हटा दईए तो थले आ जाणगे 0 0 और इनू अगर कट वड करिए इहदी तां की बनदा है, ये देखो असीं 25 उत्ते ले जा सकते हैं। 25 पंजा 125 और 25 एकम 25 5 बचे। ठीक है, तो 25 दूण 50। राइट, ओके, की ये सही है? 25 एकम 25। ओके, किन्ने बचे पिछे 5 बचे, 25 दूण 50, इट्स नॉट 5/12 आना। राइट, 5/12। ओके, सो ये सानू की फ्रैक्शन है की दस रहा, फ्रैक्शन सानू ये की दस रहा वा, बिकॉज देखो सानू ये फ्रैक्शन जिहड़ा सीगा सानू ओह टेबल दे अंदर साडे किते भी ये फ्रैक्शन नहीं सीगा प्रेजेंट। ठीक है, सो आपां इहदी फ्रैक्शन कढ लई। हुण जद अपने को फ्रैक्शन आ गई तां आपां ओही चीज़ करनी आ दोबारा। इत्थे की किहा गया वा, द परसेंटेज ऑफ एग्जाम क्लीयर्ड बाय आयुष इज सो एंड सो। ठीक है, सो इन्नी है, मतलब कि अगर आयुष जिहड़ा हैगा वा 12 ਦੇ ਵਿੱਚ ਅਪੀਅਰ ਹੋਇਆ। ठीक है, आयुष 12 ਦੇ ਵਿੱਚ ਅਪੀਅਰ ਹੋਇਆ ਤਾਂ ਉਹਨੇ ਕਿੰਨੇ ਕਲੀਅਰ ਕੀਤੇ 5 ਕਲੀਅਰ ਕੀਤੇ ਆ। ਰਾਈਟ, ਸੋ ਔਰ ਅਗਰ ਆਯੂਸ਼ 24 ਦੇ ਵਿੱਚ ਅਪੀਅਰ ਹੋਏਗਾ ਤਾਂ ਆਯੂਸ਼ ਨੇ ਕਿੰਨੇ ਕਲੀਅਰ ਕੀਤੇ ਹੋਣਗੇ 10, ਕਿਉਂਕਿ 12 दूना 24, इधर सेम ना मल्टीप्लाई करना, इधर 24 हो गए तो इधर 5 दूनी 10। सो इत्थे सानू पता लगा कि एग्जाम क्लीयर जिहड़े कीते आ वो आयुष ने 10 कीते आ। ठीक है, हुण अगे देखो 10 एग्जाम क्लीयर कीते, सो किन्ने नहीं क्लीयर कीते, बिकॉज इत्थे पुछया गया वा फाइंड द एग्जाम विच आयुष डिड नॉट क्लीयर। ठीक है, किन्ने नहीं क्लीयर कीते 14। ठीक है, इनू किहदे नाल इहदी परसेंटेज कढनी आ, आर व्हाट परसेंटेज ऑफ टोटल एग्जाम इन विच हर्ष अपीयर्ड।
ठीक है। हर्ष किन्नियां दे विच अपीयर होया, सी देयर हर्ष किन्नियां च अपीयर होया 35 दे विच। सो 14/35 गुणा 100 कर देवांगे क्योंकि परसेंटेज कढनी है। सो देख रहे हैं 7 उत्ते जा रहा, 7 दूनी 14, 7 पंजे 35 और यह 5 दे उत्ते जावे तां अच्छा 2/5 आ गया। 2/5 का मतलब कितना हुंदा वा 40%। ठीक है, आप पहली एग्जाम्पल दे विच ही जदों मैं तुहानूं दस रहा सीगा कि उत्थे यही फ्रैक्शन आया सी 2/5 राइट। सो इस तरीके नाल तुहानूं फ्रैक्शन पता होवे तां तुहानूं तुसीं उहनूं इत्थे भी यूज कर सकदे हैं कि यार 40% हुंदा वा 2/5। ठीक है, 100 दे नाल मल्टीप्लाई करके वो सारी कट वढ करन दी भी तुहानूं लोड़ नहीं पएगी। ओके, सो इत्थे आ गया साडा आंसर डी। ओके, लग रही है समझ कि इस तरीके नाल हो रहा वा। ओके, सो बेस इहदा जिहड़ा वा पहली गल जे तुहानूं इत्थे नहीं समझ लग रही तां ओह पहलियां वालियां एग्जाम्पल देख लो जिथे मैं बेस बनाया वा कि रेशो तो किस तरीके नाल आपां कैलकुलेट कर रहे हैं। ठीक है, परसेंटेज नूं फ्रैक्शन दे विच कन्वर्ट करके उस तो आपां जिहड़ा हैगा वा काम लै रहे हैं। ठीक है, अपना काम ईजी कर रहे हैं। ओके, और दूसरी गल जिहड़ी हैगी आ जो आपां परसेंटेजेस कढ रहे हैं ਉਹਦੇ ਲਈ ਤੁਹਾਨੂੰ ਜਿਹੜੀ ਹੈਗੀ ਹੈ ਪਹਿਲੇ ਵਾਲੀ परसेंटेज ट्रिक्स वाली वीडियो देख लेनी चाहिए कि किदां ईजीली आपां परसेंटेज कढ सकते हैं। ओके, अगला क्वेश्चन आ गया। If number of exam in which Sumit appeared is equal to 12 more than average number of exam in which Ayush and Adarsh appeared। देखो होर complicated हो गई statement। ठीक है, इस statement समझण दी ही ਜਿਹੜੀ ਹੈਗੀ ਹੈ ਜ਼ਿਆਦਾ ਜ਼ੋਰ ਲੱਗਦਾ ਵਾ। ओके, सो देख लो कि सुमीत ਦੀ ਗੱਲ ਕੀਤੀ ਗਈ ਹੈ, आयुष एंड आदर्श ਦੀ ਗੱਲ ਕੀਤੀ ਗਈ ਹੈ। ठीक है, सुमीत कित्थे आ साडा ਇਹ सुमीत दे की क्या वा कि सुमीत किन्नियां दे विच अपीयर होया वा ओह अपने आयुष एंड आदर्श दी एवरेज है। मतलब आयुष एंड आदर्श दी एवरेज अगर तुसीं कढो ठीक है तां तुहानूं पता लगेगा कि सुमीत किन्ने विच अपीयर होया वा राइट। सो मैनूं तां इत्थे देखण तो ही पता लगदा कि एक 24 है एक 48 है। ठीक है, सो इहदा एवरेज किन्नी होऊगी, इन्हां दे गब्बे होऊगी। ठीक है, सो 36 आ जाएगी एवरेज राइट। सो इत्थे जे तुहानूं नहीं समझ लगदा तां मैं दस सकदा मैं 24 जमा 48 करो, किसी दो चीज़ां दी एवरेज किद्दां करदी है उन्हां दी सम करो। ओके, और किन्नियां टर्म्स ने इहदे विच दो टर्म्स ने 24 ते 48 ਉਹਦਾ ਜਿਹੜਾ ਹੈਗਾ ਵਾ ਉਹਦੇ ਨਾਲ ਡਿਵਾਈਡ ਕਰ ਦਿਓ। 24 48 ਹੁੰਦੇ ਆ 72 72/2 ਆ ਗਿਆ 36। ਠੀਕ ਹੈ, ਸੋ ਨਹੀਂ ਤਾਂ ਵੈਸੇ ਤਾਂ ਸਿੱਧਾ ਦੇਖਣ ਤੋਂ ਸਮਝ ਲੱਗਦਾ ਵਾ ਕਿ 24 ਹੈ 48 ਹੈ। ਠੀਕ ਹੈ, ਇੱਕ ਇਹਨਾਂ ਦੇ ਵਿੱਚ ਦਾ ਜਿਹੜਾ ਨੰਬਰ ਹੈ ਉਹ 36 ਪੈਂਦਾ ਵਾ। ਅੱਛਾ, ਇਹ ਦੱਸਿਆ ਕੀ ਗਿਆ ਸੁਮੀਤ ਇਜ਼ ਅਪੀਅਰਡ ਇਨ ਇਜ਼ ਇਕੁਅਲ ਟੂ 12 ਮੋਰ ਦੈਨ ਐਵਰੇਜ ਨੰਬਰ। ਐਵਰੇਜ ਨੰਬਰ 36 ਆਇਆ, 36 ਤੋਂ ਜਿਹੜਾ ਹੈਗਾ ਵਾ 12 ਜ਼ਿਆਦਾ, ਮਤਲਬ ਕਿ ਫੇਰ ਗੱਲ 48 ਤੇ ਪਹੁੰਚ ਗਈ। 36 ਤੋਂ 12 ਜ਼ਿਆਦਾ ਮਤਲਬ 48। ਇੱਥੇ ਤੱਕ ਹੋਇਆ। ਓਕੇ, ਹੁਣ ਕੀ ਕਹਿ ਰਿਹਾ ਕੇਸ ਕਿਹੜੀ ਰੇਸ਼ੋ ਫਾइंड ਕਰਨੀ ਹੈ, फाइंड रेशियो ऑफ एग्जाम विच सुमीत डिड नॉट क्लीयर। ओके, सुमीत ने किन्ने एग्जाम क्लीयर नहीं कीते, 48 ਦੇ ਵਿੱਚੋਂ ਕਿੰਨੇ ਕੀਤੇ ਆ 20 ਕੀਤੇ ਆ। ਸੋ ਕਿੰਨੇ ਨਹੀਂ ਕੀਤੇ ਹੋ ਗਏ 28 ਨਹੀਂ ਕੀਤੇ ਰਾਈਟ। ओके, टू एग्जाम विच आदर्श डिड नॉट क्लीयर। अच्छा, आदर्श ने आदर्श आ गया। ओके, आदर्श ने किन्ने एग्जाम क्लीयर नहीं कीते 48 और 18। 48 चों 18 कीते मतलब 30 एग्जाम आदर्श ने नहीं क्लीयर कीते। हुण रेशो की आएगी, रेशो 30/28 आएगी या रेशो 28/30 आएगी, ये इत्थे सवाल आ जांदा वा। ठीक है, सो ये इत्थे कई लोग कन्फ्यूज हुंदे आ राइट। सो ये देखो इहदे लई तुहानूं ये पढ़ना पैना वा फाइंड रेशियो ऑफ एग्जाम विच सुमीत डिड नॉट क्लीयर टू एग्जाम विच आदर्श डिड नॉट क्लीयर। ठीक है, सो इन्होंने पूछा वा सुमीत इज टू आदर्श। ठीक है, सो सुमीत बाय आदर्श, सुमीत ने किन्ने क्लीयर नहीं कीते हैगे, सुमीत ने 28 क्लीयर नहीं कीते और आदर्श ने किन्ने नहीं क्लीयर कीते 30। ठीक है, हुण इहदी जिहड़ी तुसीं कट वढ कर दिओ। सो कट वढ ते 2 ते जांदा वा 14/15। ऑप्शन देखो 14/15 सानू ऑप्शन दित्ती हुई है आंसर बी राइट। ਇਹਦੇ ਵਿੱਚ ਦੇਖੋ ਸਵਾਲ ਦੇ ਅੰਦਰ ਗੱਲ ਸੀ ਇੱਥੇ ਇੱਕ ਐਵਰੇਜ ਕੱਢਣ ਦੀ, ਇਹਨਾਂ ਦੀ ਐਵਰੇਜ ਕੱਢੀ। ਓਕੇ, ਐਵਰੇਜ ਤੋਂ ਜੋ ਹੈ ਸਾਨੂੰ ਸੁਮੀਤ ਦੇ ਨੰਬਰ ਪਤਾ ਲੱਗ ਗਏ। ਠੀਕ ਹੈ, ਸੁਮੀਤ ਦੇ ਨੰਬਰ ਪਤਾ ਲੱਗ ਗਏ ਔਰ ਫਿਰ ਅਸੀਂ ਦੇਖਿਆ ਕਿ ਨਾਟ ਕਲੀਅਰਡ ਦੀ ਗੱਲ ਕੀਤੀ ਗਈ ਹੈ ਕਿ ਕਿੰਨੇ ਕਿੰਨੇ ਸੁਮੀਤ ਨੇ ਕਿੰਨੇ ਨਹੀਂ ਕਲੀਅਰ ਕੀਤੇ।
ओके ਅਸੀਂ ਨਹੀਂ ਕਲੀਅਰ ਕੀਤੇ ਕੱਢੇ, ਸੁਮੀਤ ਦੇ ਕੱਢੇ, ਆਦਰਸ਼ ਦੇ ਕੱਢੇ, ਔਰ ਫਿਰ ਜੋ ਵਿੱਚ ਅੱਗੇ ਜੋ ਮੇਨ ਕਨਫਿਊਜ਼ਨ ਵਾਲੀ ਗੱਲ ਸੀ ਵੀ ਉਹ ਕਿੱਦਾਂ ਲਿਖਣਾ ਵਾ, ਸੁਮੀਤ 23/28 ਲਿਖਣਾ ਕਿ 28/23। ਠੀਕ ਹੈ, ਇੱਥੇ ਗਲਤੀ ਕਰ ਜਾਂਦੇ ਆ ਲੋਕ। ਸੋ ਇਸ ਚੀਜ਼ ਨੂੰ ਸਮਝ ਲਓ ਕਿ ਸੁਮੀਤ ਦੀ ਰੇਸ਼ੋ ਪੁੱਛੀ ਸੀ ਵਿਦ ਰਿਸਪੈਕਟ ਟੂ ਆਦਰਸ਼। ਸੋ S/A is equal to 14/15। ਅਗਲਾ ਕੁਐਸਚਨ ਆ ਗਿਆ ਤੁਹਾਡੇ ਸਾਹਮਣੇ, ਪੜੋ ਕੁਐਸਚਨ ਨੂੰ। Total number of exam in which Sumit appeared is 37.5 more than that of Ayush। So Sumit और आयुष और appeared वाले कॉलम की गल हुई है। ठीक है, सुमित और आयुष। ठीक है, आयुष का साडा सानू पता वा, और सुमीत ने किन्ने इहदे विचों ज़्यादा दिते आ 37.5%, आयुष दे नालों वध दिते आ। ओके, सो आपां पहलां ਇਹ देख लीए किन्ने दिते आ। सो 37.5% की जो रेशो बनती है वो बनती है 3/8। ठीक है, सो अगर आयुष ने जो है 8 एग्जाम दिते आ तां सुमीत ने किन्ने दिते आ, सुमीत ने किन्ने दिते 3 ज़्यादा दिते आ, है ना, कि 37.5 मोर। ठीक है, सो आपां 8 दे विच 3 जमा करांगे तां किन्ना आ जाऊगा 11। ठीक है, इत्थे मोर शब्द भी हैगा वा, राइट। सो 8 दे विच 3 जमा कीते तां सुमीत दे आ गए 11। ओके, हुण आयुष ने जे 24 दिते आ, सो आपां नूं की करना पिया 8 × 24। ठीक है, 3 नाल गुणा कीती तां 24 आ गया। सो इत्थे भी 11 × 3 33, राइट। सो इत्थे आ गया सातों सुमीत किन्ने पेपर दिते इन्हें 33 पेपर दिते आ। ओके, अच्छा अगे देखो, वाइल टोटल नंबर ऑफ एग्जाम इन विच वीर अपीयर्ड इज 20% मोर दैन दैट ऑफ हर्ष। अच्छा, हुण हर्ष दी ते वीर दी गल आ गई। ओके, वेयर इज वीर एंड हर्ष, इहदे विच की किया गया वा, टोटल नंबर ऑफ एग्जाम इन विच वीर अपीयर्ड इज 20% मोर दैन दैट ऑफ हर्ष। ठीक है, हर्ष दे सानू पता वा। ओके, वीर जिहड़ा वा 20% वध दिते आ हर्ष नालों। ओके, सो आपां किस तरीके नाल कढांगे, 20% दा फ्रैक्शन किन्ना हुंदा वा, 20% दा फ्रैक्शन साडे कोल आ जांदा वा 1/5। ओके, सो अगर हर्ष ने 5 एग्जाम दिते आ तां वीर ने किन्ने दिते आ, इह तो 20% ज़्यादा दिता वा। ठीक है, मतलब 5 + 1। ठीक है, 5 दे विच 1 जमा करांगे तां 6 आ गया। हुण हर्ष देखो किन्ने दिते आ, हर्ष ने सानू दिते आ 35 एग्जाम दिते आ। ठीक है, सो 5 × 7 = 35। सो इत्थे आ जाएगा 7 × 6 = 6 7 = 7 42। ठीक है, साडे कोल इत्थे वीर दी ओह 42 वाली फिगर आ गई, राइट। ओके, इन्ना हो गया। अच्छा, अगे हुण इहदे विच होर आ गया, इफ संदीप क्लीयर्ड 50% ऑफ अपीयर्ड एग्जाम। ठीक है, हुण संदीप दे उत्ते पहुंच जाइए। संदीप इह आ, संदीप ने 50% एग्जाम क्लीयर कीते। सो 18 का 50% हुंदा 9, अध। ठीक है, अद्धे एग्जाम इन्हें क्लीयर कीते आ। दैन फाइंड एग्जाम क्लीयर्ड बाय संदीप इज व्हाट परसेंटेज ऑफ टोटल एग्जाम इन विच ऑल 6 अपीयर्ड। ठीक है, सो जिन्ने संदीप ने पास कीते आ, ठीक है, प्लस आ जिन्ने सारिਆਂ ਦੇ ਵਿੱਚ ਇਹ अपीयर होए आ, इन्हां सारिਆਂ ਦਾ जोड़, राइट। सो ਇਹਦਾ जोड़ करो सां 8 × 3 = 11 11 8 19 19 5 24 24 2 26 26 ਤੇ 4 30 0 और 3 कैरी आ गया 3 2 5 5 4 9 9 3 12 12 4 16 16 3 19 19 ਤੇ 1 20। ठीक है, 20 आ गया इत्थे, मतलब 200 ਜਿਹੜੇ ਹੈਗੇ टोटल ਇਹਨਾਂ ਦਾ ਸਮ ਸਾਰਿਆਂ ਦਾ ਆ ਗਿਆ 200। ਸੋ ਆਪਾਂ ਕੱਢਣਾ ਕੀ ਸੀਗਾ, ਆਪਾਂ ਕੱਢਣਾ ਸੀ ਜਿੰਨੇ ਵਿੱਚ ਸੰਦੀਪ अपीयर ਪਾਸ ਕੀਤੇ ਜਿੰਨੇ ਸੰਦੀਪ ਨੇ, ਔਰ ਇਹ ਸਾਰੇ ਦਾ ਜਿਹੜੀ ਹੈਗੀ ਰੇਸ਼ੋ ਕੱਢਣੀ ਹੈ, ਰਾਈਟ। ਸੋ 9/200 × 100। ठीक है, 100 ਇਹ परसेंटेज ਕੱਢਣ ਵਾਸਤੇ ਪਿੱਛੇ ਪੁੱਛਿਆ ਗਿਆ ਨਾ what percent। ठीक है, सो 0 ਨਾਲ 0 ਕੱਢੀ ਗਈ, 9/2 ਕਿੰਨੇ ਹੋ ਗਏ 4.5। ओके, सो इस तरीके नाल साडा ऑप्शन कितना आ गया, इहदे विचों ऑप्शन बी इज द आंसर, राइट। हुण
ਹੁਣ ਆਪਾਂ ਅਗਲੇ ਕੁਐਸਚਨ ਦੇ ਉੱਤੇ ਚੱਲਦੇ ਹਾਂ। ਸੋ ਇੱਥੇ ਸੈਕਿੰਡ ਕੁਐਸਚਨ ਸ਼ੁਰੂ ਹੋ ਗਿਆ ਵਾ, ਠੀਕ ਹੈ। ਸੈਕਿੰਡ ਕੁਐਸਚਨ ਜਿਹੜਾ ਹੈਗਾ ਉਹ ਸਟਾਰਟ ਹੁੰਦਾ ਵਾ, ਪਹਿਲੇ ਵਾਲਾ ਕੁਐਸਚਨ ਖਤਮ ਹੋ ਗਿਆ। ਓਕੇ, ਔਰ ਇਹਨੂੰ ਪੜ੍ਹੋ ਇੱਕ ਵਾਰੀ, ਸਟੇਟਮੈਂਟ ਕੀ ਕਹਿ ਰਹੀ ਆ। ਰੀਡ ਦ ਗਿਵਨ ਬਲੂ ਟੇਬਲ ਕੇਅਰਫੁਲੀ ਟੂ ਆਂਸਰ ਦ ਕੁਐਸਚਨਸ। ਫਿਰ ਟੇਬਲ ਵਾਲਾ ਕੁਐਸਚਨ ਹੈ। ਓਕੇ, ਟੇਬਲ ਗਿਵਸ ਦ ਇਨਫੋਰਮੇਸ਼ਨ ਆਫ ਪੰਚਾਇਤ ਇਲੈਕਸ਼ਨ ਹੈਲਡ ਇਨ 5 ਵਿਲੇजेस, ਠੀਕ ਹੈ। ਸੋ ਟੇਬਲ ਸਾਨੂੰ ਪੰਚਾਇਤ ਇਲੈਕਸ਼ਨ ਦੀ ਜਿਹੜੀ ਹੈਗੀ ਇਨਫੋਰਮੇਸ਼ਨ ਦਿੰਦਾ ਵਾ। ਸੋ ਆਓ ਦੇਖੋ ਟੇਬਲ, ਪਹਿਲਾਂ ਸਾਨੂੰ ਦੱਸਿਆ ਹੋਇਆ ਕਿ ਵਿਲੇजेस ਕਿਹੜੇ ਕਿਹੜੇ ਆ, ਪੰਜ ਪਿੰਡਾਂ ਦੀ ਗੱਲ ਹੋਈ ਹੈ ਨਾ। देयर आर 5 ਵਿਲੇजेस A B C D E। ਓਕੇ, ਦੂਸਰਾ ਆ ਗਿਆ ਟੋਟਲ ਅਵੇਲੇਬਲ ਵੋਟਸ, ਠੀਕ ਹੈ, ਉਹਦੇ ਅੰਦਰ ਕਿੰਨੀਆਂ ਵੋਟਾਂ ਬਣੀਆਂ ਹੋਈਆਂ ਵਾ, ਠੀਕ ਹੈ। ਫਿਰ ਆ ਗਿਆ ਵੋਟਸ ਪੋਲਡ, ਮਤਲਬ ਕਿੰਨੀਆਂ ਵੋਟਾਂ ਪਈਆਂ, ਲੋਕਾਂ ਨੇ ਜਾ ਕੇ ਵੋਟ ਪੋਲ ਕੀਤੀ, ਪਾਈ, ਰਾਈਟ। ਸੋ ਉਹਦੇ ਵਿੱਚੋਂ ਅੱਗੇ ਆ ਗਿਆ ਵੈਲਿਡ ਵੋਟਸ, ਠੀਕ ਹੈ। ਵੈਲਿਡ ਵੋਟ ਕੀ ਹੈ, ਜਿੰਨੀਆਂ ਵੋਟਾਂ ਪਈਆਂ ਉਹਦੇ ਵਿੱਚੋਂ ਵੈਲਿਡ ਕਿੰਨੀਆਂ ਵਾ, ਰਾਈਟ। ਕੁਛ ਹੋ ਸਕਦਾ ਵਾ ਕਿਸੇ ਦੇ ਉੱਤੇ ਇੰਕ ਸਹੀ ਨਹੀਂ ਲੱਗੀ, ਰਾਈਟ। ਓਕੇ, ਸੋ ਉਸ ਕਰਕੇ ਕੁਛ ਵੋਟਸ ਜਿਹੜੀਆਂ ਹੈਗੀਆਂ ਇਨਵੈਲਿਡ ਹੋ ਗਈਆਂ, ਰਾਈਟ, ਜਾਂ ਅਸੀਂ ਪਤਾ ਕੀਤਾ ਵੀ ਉਹ ਬੋਗਸ ਵੋਟਸ ਆ, ਰਾਈਟ। ਸੋ ਉਹ ਕੁਛ ਇਨਵੈਲਿਡ ਵੋਟ ਹੋ ਗਈਆਂ, ਬਾਕੀ ਹੋ ਗਈਆਂ ਵੈਲਿਡ, ਰਾਈਟ। ਸੋ ਇਹ ਸਾਨੂੰ ਇਹ ਸਾਰੇ ਟੇਬਲ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਆ। ਓਕੇ, ਇੱਥੋਂ ਤੁਸੀਂ ਸਮਝ ਸਕਦੇ ਆ ਫਰਦਰ ਕਿ ਵੋਟ ਪੋਲਡ ਇਹਨਾਂ ਨੇ ਕੱਢਣ ਲਈ ਕੀ ਫਾਰਮੂਲਾ ਲਾਇਆ, ਠੀਕ ਹੈ। ਟੋਟਲ ਵੋਟਸ ਪੋਲਡ ਡਿਵਾਈਡਡ ਬਾय ਟੋਟਲ ਅਵੇਲੇਬਲ ਵੋਟਸ, ਠੀਕ ਹੈ। ਜਿੰਨੀਆਂ ਅਵੇਲੇਬਲ ਸੀਗੀਆਂ ਔਰ ਜਿੰਨੀਆਂ ਟੋਟਲ ਵੋਟ, ਇੱਥੇ ਪਰਸੈਂਟੇਜ ਦਿੱਤੀ ਹੈ ਨਾ, ਪਰ ਜਿੰਨੀਆਂ ਵੋਟਾਂ ਪਈਆਂ ਉਹਨਾਂ ਦੇ ਜਿਹੜਾ ਹੈਗਾ ਵਾ ਪਰਸੈਂਟੇਜ ਕੱਢੀ ਆ, ਉੱਥੋਂ ਆਪਾਂ ਨੂੰ ਵੋਟ ਪੋਲਡ ਪਰਸੈਂਟੇਜ ਹੋਈ ਆ, ਠੀਕ ਹੈ। ਔਰ ਵੈਲਿਡ ਵੋਟਸ ਕਿੱਦਾਂ ਕੱਢੀਆਂ ਵਾ, ਜਿੰਨੀਆਂ ਵੋਟ ਵੈਲਿਡ ਹੋਈਆਂ ਵਾ ਡਿਵਾਈਡਡ ਬਾय ਟੋਟਲ ਵੋਟਸ ਪੋਲਡ, ਠੀਕ ਹੈ। ਇੱਥੋਂ ਜਿਹੜਾ ਹੈਗਾ ਵਾ ਉਹ ਵੈਲਿਡ ਵੋਟ ਦਾ ਪਰਸੈਂਟੇਜ ਕੱਢਿਆ ਗਿਆ ਵਾ, ਰਾਈਟ। ਸੋ ਇਹਦਾ ਮਤਲਬ ਅਗਰ 80% ਦਿੱਤਾ ਗਿਆ, ਇਹਦੇ ਵਿੱਚ ਆਪਾਂ ਅਗਰ ਐਗਜ਼ਾਮਪਲ ਹੈਗੀ ਪਹਿਲੀ ਦੇਖੀਏ ਤਾਂ 80% ਇਹ ਕਿਹਦਾ ਹੋਏਗਾ, 80% ਇਹ 50,000 ਦਾ ਹੋਏਗਾ, ਠੀਕ ਹੈ, ਜਾਂ ਇਹ ਜੋ ਹੈ 70 ਦਾ ਹੋਏਗਾ, ਰਾਈਟ। ਸੋ 80% ਅਗਰ ਪਹਿਲੀ ਸਟੇਟਮੈਂਟ ਆਪਾਂ ਗੱਲ ਕਰ ਲਈਏ ਇਹਦੀ, ਇਹਨੂੰ ਇੱਕ ਵਾਰੀ ਸਮਝ ਲਈਏ ਤਾਂ ਇੱਥੇ ਕਿਹਾ ਗਿਆ ਕਿ 50,000 ਵੋਟ ਪਈਆਂ, ਠੀਕ ਹੈ, 50,000 ਵੋਟ ਪਈਆਂ। ਅੱਛਾ, 50,000 ਵੋਟ ਬਣੀਆਂ ਸੀਗੀਆਂ, ਅਵੇਲੇਬਲ ਸੀਗੀਆਂ ਵਿਲੇਜ A ਦੇ ਅੰਦਰ, ਇਹਦੇ ਵਿੱਚ ਪਈਆਂ ਕਿੰਨੀਆਂ, ਪਈਆਂ ਹੈਗੀਆਂ ਵਾ 70%, ਠੀਕ ਹੈ। ਸੋ 50,000 ਦਾ 70% ਕਿੰਨਾ ਹੋ ਗਿਆ, ਦੱਸੋ ਜਰਾ, 7 ਪੰਜੇ 35, ਸੋ ਕਿੰਨਾ ਆ ਜਾਏਗਾ 3500 ਆਏਗਾ, 35,000 ਆਏਗਾ, ਅਫਕੋਰਸ 35,000 ਆਏਗਾ, ਰਾਈਟ। ਹੁਣ ਇਹ 35,000 ਦਾ ਆਪਾਂ ਦੇਖਣਾ ਵਾ ਅੱਗਿਓਂ ਕਿ ਵੈਲਿਡ ਵੋਟ ਕਿੰਨੀਆਂ ਵਾ। ਸੋ 35,000 ਦਾ ਜਿਹੜਾ ਹੈਗਾ ਵਾ ਉਹ 80%, ਠੀਕ ਹੈ, 80%। ਸੋ 35,000 ਦਾ 80% ਜਿਹੜਾ ਹੈਗਾ ਵਾ ਉਹ ਕਿੰਨਾ ਆਏਗਾ, ਰਾਈਟ। ਸੋ ਉਹ ਤੁਸੀਂ ਦੇਖਣਾ ਵਾ 35 ਗੁਣਾ 8, ਠੀਕ ਹੈ। 35 ਨੂੰ 8 ਨਾਲ ਗੁਣਾ ਕਰੋ, ਥੋੜੀ ਡਿਫੀਕਲਟ ਆ, 35 ਨੂੰ 10 ਨਾਲ ਗੁਣਾ ਕਰ ਲਓ, ਬਾਅਦ ਚ 70 ਘਟਾ ਦੇਵਾਂਗੇ, ਇਹ ਤਰੀਕਾ ਲਾ ਲਓ, ਠੀਕ ਹੈ। 35 ਨੂੰ 10 ਨਾਲ ਗੁਣਾ ਕੀਤਾ ਆ ਗਿਆ 350, ਵਿੱਚੋਂ 70 ਘਟਾ ਦਿਓ, ਕਿੰਨਾ ਆ ਗਿਆ 280। ਸੋ ਕਿੰਨਾ ਆਏਗਾ, ਕਿੰਨੀਆਂ ਜ਼ੀਰੋ ਆਊਗੀਆਂ, 28,000 ਆਊਗਾ ਨਾ, 35,000 ਦਾ 80%, 2800 ਤਾਂ ਹੋ ਨਹੀਂ ਸਕਦਾ। ਓਕੇ, ਸੋ 28,000 ਵੋਟਾਂ ਜਿਹੜੀਆਂ ਹੈਗੀਆਂ ਉਹ ਵੈਲਿਡ ਵੋਟਸ ਨੇ, ਠੀਕ ਹੈ। ਵੈਲਿਡ ਵੋਟ ਪਹਿਲੀ ਵਾਲੇ ਕਲਾਸ ਦੇ ਵਿੱਚ 28,000 ਆ, ਔਰ ਵੋਟ ਪੋਲ ਕਿੰਨੀਆਂ ਹੋਈਆਂ 35,000, ਠੀਕ ਹੈ। ਇਹ ਹੈ ਇਹ ਡਾਟਾ, ਸਮਝ ਲੱਗਿਆ ਵੀ ਡਾਟਾ ਹੈ ਕੀ ਆ। ਓਕੇ, ਸੋ ਅੱਗੇ ਚੱਲਦੇ ਆ ਕੁਐਸਚਨ ਦੇ ਉੱਤੇ। find the ratio of invalid votes of village A to that of village D, ਠੀਕ ਹੈ। ਇਨਵੈਲਿਡ ਵੋਟ ਕੱਢਣੀ ਆ ਵਾ ਕਿਹਦੀ A ਦੀ ਤੇ D ਦੀ, ਠੀਕ ਹੈ। ਸੋ ਵਿਲੇਜ A ਔਰ D ਦੀਆਂ ਇਨਵੈਲਿਡ ਵੋਟ ਦੀ ਰੇਸ਼ੋ ਕੱਢਣੀ ਪੈਣੀ ਆ, ਠੀਕ ਹੈ। ਸੋ ਰੇਸ਼ੋ ਕੱਢਣ ਦੇ ਲਈ ਪਹਿਲਾਂ ਸਾਨੂੰ ਇਨਵੈਲਿਡ ਵੋਟਸ ਕੱਢਣੀਆਂ ਪੈਣੀਆਂ ਵਾ, ਰਾਈਟ। ਇਸ ਤਰੀਕੇ ਨਾਲ ਕਰਾਂਗੇ ਆਪਾਂ। ਸੋ ਇਸ ਸਾਰੇ ਤਰੀਕੇ ਦੱਸਦਾ ਤੁਹਾਨੂੰ, ਠੀਕ ਹੈ। ਜੋ ਆਪਾਂ ਟ੍ਰੈਡੀਸ਼ਨਲੀ ਕਰਦੇ ਆ ਉਹ ਕਿਸ ਤਰੀਕੇ ਨਾਲ ਕਰਾਂਗੇ, ਠੀਕ ਹੈ। ਅਸੀਂ ਸੋ ਪਹਿਲਾਂ ਜਿਸ ਤਰੀਕੇ ਨਾਲ ਆਪਾਂ ਮੇਰੇ ਖਿਆਲ ਨਾਲ ਵੈਲਿਡ ਵੋਟ ਆਪਾਂ ਜੋ ਹੈ ਦੇਖੋ ਕਿ ਪਿੱਛੇ ਆਪਾਂ ਵੈਲਿਡ ਵੋਟ ਤਾਂ ਕੱਢ ਹੀ ਲਈਆਂ, ਰਾਈਟ। ਵੈਲਿਡ ਵੋਟ ਆਪਾਂ ਕਿੰਨੀਆਂ ਕੱਢੀਆਂ ਪਿਛਲੀ ਦੇ ਵਿੱਚ, ਤੁਸੀਂ ਦੇਖ ਸਕਦੇ 28,000 ਇੱਥੇ ਕੱਢ ਲਈਆਂ। ਔਰ ਲੈਟ ਮੀ ਡੂ ਇਟ ਰਾਈਟ ਫਰੋਮ ਸਟਾਰਟਿੰਗ, ਠੀਕ ਹੈ। ਰੇਸ਼ੋ ਆਪਾਂ ਕਿੱਦਾਂ ਕੱਢਾਂਗੇ, ਆਪਾਂ 50,000 ਲੈ ਲਿਆ, ਠੀਕ ਹੈ, ਗੁਣਾ ਇਹਦਾ 70%, ਠੀਕ ਹੈ, ਗੁਣਾ ਆਪਾਂ ਇਨਵੈਲਿਡ ਵੋਟ ਕੱਢਣੀ ਆ, ਇਹ ਵੈਲਿਡ ਵੋਟ ਦਿੱਤੀਆਂ ਗਈਆਂ ਜੀ। ਵੈਲਿਡ ਵੋਟ 80% ਆ ਤਾਂ ਇਹਦਾ ਮਤਲਬ ਇਨਵੈਲਿਡ ਵੋਟ ਕਿੰਨੀਆਂ ਹੋ ਗਈਆਂ 20%, ਠੀਕ ਹੈ। ਸੋ ਆਪਾਂ ਇਹਨੂੰ ਸੋਲਵ ਕਰ ਸਕਦੇ ਆ, ਰਾਈਟ।
ਔਰ ਇਹਨੂੰ ਅਗਰ ਸੋਲਵ ਕਰਾਂਗੇ ਤਾਂ ਆਪਾਂ ਕਿੰਨਾ ਦੇਖੋ ਕਿ 100 ਦੇ ਨਾਲ 100 ਕੱਟ ਦਿੱਤਾ, ਇਹ ਦੋ ਜ਼ੀਰੋਆਂ ਗਈਆਂ, ਠੀਕ ਹੈ। 7 ਪੰਜੇ 35, 35 ਦੂਣਾ 70, ਮਤਲਬ 7000 ਸਾਡੀਆਂ ਇਨਵੈਲਿਡ ਵੋਟ ਆ ਗਈਆਂ ਵਿਲੇਜ ਏ ਦੀਆਂ। ਓਕੇ, ਹੁਣ ਵਿਲੇਜ ਡੀ ਦੀਆਂ ਕੱਢਣੀਆਂ ਹੋਣ ਤਾਂ ਵਿਲੇਜ ਡੀ ਦੀਆਂ ਆਪਾਂ ਕੱਢ ਲਾਂਗੇ 1 ਲੱਖ ਆ ਵੋਟ, ਠੀਕ ਹੈ। ਹੁਣ ਤੁਸੀਂ ਦੇਖੋ ਕਿ ਇੱਥੇ 100 ਦਿੱਤਾ ਹੋਇਆ, ਮੈਂ 1 ਲੱਖ ਕਿਉਂ ਦਿੱਤਾ ਵਾ, ਕਿਉਂਕਿ ਇੱਥੇ ਉੱਪਰ ਦੇਖੋ ਕਿ ਇਨ ਥਾਊਜ਼ੈਂਡਸ ਲਿਖਿਆ ਹੋਇਆ ਵਾ, ਵੀ ਇਹਦੇ ਪਿੱਛੇ 3 ਜ਼ੀਰੋਆਂ ਤੁਸੀਂ ਹੋਰ ਲਾ ਲਾਉਣੀਆਂ ਵਾ। ਓਕੇ, ਸੋ 1 ਲੱਖ ਗੁਣਾ 75% ਗੁਣਾ 72%। ਓਕੇ, ਕਿਉਂਕਿ ਨॉट 72% ਨਹੀਂ 28% ਆਏਗਾ, ਕਿਉਂਕਿ ਆਪਾਂ ਤਾਂ ਇਨਵੈਲਿਡ ਵੋਟਸ ਕੱਢਣੀਆਂ ਵਾ, ਰਾਈਟ। ਸੋ 0 ਨਾਲ 0 ਕੱਟ ਦਿਓ, 4 ਜ਼ੀਰੋਆਂ ਇਹਦੀਆਂ ਗਈਆਂ। ਓਕੇ, ਸੋ ਬਚਿਆ ਕੀ ਪਿੱਛੇ 75 ਗੁਣਾ 28। ਸੋ ਕਰੋ ਇਹਨੂੰ ਗੁਣਾ, 75 ਗੁਣਾ 28 ਕਰਨ ਦਾ ਪਹਿਲਾਂ ਜੋਖਮ ਚੱਕੋ। ਸੋ 75 ਨੂੰ ਅਗਰ 30 ਨਾਲ ਗੁਣਾ ਕਰ ਦਈਏ ਤਾਂ ਕਿੰਨਾ ਬਣ ਜਾਏਗਾ, 75 ਗੁਣਾ 30 ਆ ਜਾਏਗਾ 200, 2250। 2250 ਦੇ ਵਿੱਚੋਂ 150 ਘਟਾ ਦਿਓ ਤਾਂ ਕਿੰਨਾ ਬਣ ਜਾਏਗਾ 2100, ਠੀਕ ਹੈ। ਹੁਣ ਇਹ ਬਣ ਗਿਆ 21000, ਰਾਈਟ। ਇੱਥੇ ਇਨਵੈਲਿਡ ਵੋਟ ਕਿੰਨੀਆਂ ਆ ਜਾਣਗੀਆਂ, 21000 ਆ ਜਾਣਗੀਆਂ, ਰਾਈਟ। ਸੋ ਇਹ ਤੁਸੀਂ ਦੇਖੋ ਕਿ ਇਹ ਕੈਲਕੂਲੇਸ਼ਨ ਮੈਂ ਤਾਂ ਕਰ ਪਾ ਰਿਹਾ ਵਾਂ, ਤੁਸੀਂ ਕਿਸ ਤਰੀਕੇ ਨਾਲ ਇਹ ਕਰੋਗੇ, ਰਾਈਟ। ਸੋ ਇਹ ਆ ਗਿਆ, ਔਰ ਇਹਦੀ ਰੇਸ਼ੋ ਫਿਰ ਕੱਢੂਗੇ 7000, ਠੀਕ ਹੈ। ਇਹਦੀ ਰੇਸ਼ੋ ਕੱਢਣੀ ਆ A to D, ਸੋ 7000 ਔਰ 21,000, 1/3 ਜਿਹੜੀ ਹੈਗੀ ਹੈ ਇਹਦੀ ਰੇਸ਼ੋ ਆ ਗਈ, ਠੀਕ ਹੈ। ਪਰ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦੱਸੀ ਆ, ਇਸ ਚੀਜ਼ ਦੇ ਵਿੱਚੋਂ ਇੰਨਾ ਜਿਹੜਾ ਹੈਗਾ ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ, ਦੇयर इज ਐਨ ਈਜ਼ੀ ਵੇ। ਜਦੋਂ ਅਸੀਂ ਰੇਸ਼ੋ ਕੱਢਣੀ ਹੋਵੇ ਖਾਸ ਕਰਕੇ, ਠੀਕ ਹੈ, ਜਦੋਂ ਅਸੀਂ ਖਾਸ ਕਰਕੇ ਕੋਈ ਰੇਸ਼ੋ ਜਾਂ ਪਰਸੈਂਟੇਜ ਵੀ ਕੱਢਣੀ ਹੋਵੇ ਨਾ ਇੱਦਾਂ ਦੋ ਦਾ ਕੰਪੈਰੀਜ਼ਨ ਦੇ ਲਈ, ਤਾਂ ਸਾਨੂੰ ਇਹ ਸਾਰੀ ਮਗਜਮਾਰੀ ਕਰਨ ਦੀ ਲੋੜ ਨਹੀਂ ਆ। ਅਸੀਂ ਸਿੰਪਲੀ ਮੈਂ ਤੁਹਾਨੂੰ ਦੱਸ ਸਕਦਾ ਤੁਸੀਂ ਕਿੱਦਾਂ ਕਰ ਸਕਦਾ। ਇਹ ਤਰੀਕਾ ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਆ, 50 ਗੁਣਾ 70 ਗੁਣਾ 20 ਬਟੇ ਕਿੱਦਾਂ ਲਾਓ ਤੁਸੀਂ 100 ਗੁਣਾ 75 ਗੁਣਾ 28, ਰਾਈਟ। ਆ 0 ਨਾਲ 0 ਕੱਟ ਦੋ, 7 ਦੀ 2 ਦੀ, ਠੀਕ ਹੈ। 2 ਤੇ 28 ਨੂੰ ਕੱਟ ਦਿਓ, 28 14 ਦੂਣ 28, ਠੀਕ ਹੈ। ਫਿਰ 7 ਨਾਲ ਕੱਟ ਦਿਓ 14, 1 7 7 2 7 14, ਠੀਕ ਹੈ। ਫਿਰ ਪਿੱਛੇ ਕਿੰਨਾ ਬਚ ਗਿਆ, ਫਿਰ ਇਹ 50 ਤੇ 75 ਆ। ਓਕੇ, 50 25 ਦੂਣ 50, 25 30 75, ਆ 2 ਨਾਲ 2 ਕੱਟ ਦਿਓ, ਠੀਕ ਹੈ। ਤੁਹਾਡਾ ਕੀ ਬਚਿਆ, ਉੱਪਰ 1 ਔਰ ਥੱਲੇ 3, ਠੀਕ ਹੈ। ਸੋ ਕਿੱਥੇ ਤੁਸੀਂ ਇਹ ਮਗਜਮਾਰੀ ਕਰੋਗੇ, ਇਹ ਟ੍ਰੈਡੀਸ਼ਨਲ ਮੈਥਡ ਜਿਹੜਾ ਆਪਾਂ ਜਿਹਨੂੰ ਕੁਝ ਨਹੀਂ ਪਤਾ, ਜਿਹੜਾ ਸਿੱਧਾ ਸਿੱਧਾ ਕੱਢੇਗਾ ਉਹ ਇਸ ਤਰੀਕੇ ਨਾਲ ਕੱਢੇਗਾ, ਜਿਹਨੇ ਟੈਕਨੀਕ ਨਹੀਂ ਸਿੱਖੀ, ਠੀਕ ਹੈ, ਜਿਹਨੇ ਟੈਕਨੀਕ ਨਹੀਂ ਸਿੱਖ ਲਈ ਆ ਉਹ ਇਸ ਤਰੀਕੇ ਨਾਲ ਕੱਢਾਂਗਾ। ਇਹੀ ਤਾਂ ਮਤਲਬ ਹੈ ਕਲਾਸ ਤੁਹਾਨੂੰ ਦੇਣ ਦਾ, ਵੀ ਜੇ ਤੁਹਾਨੂੰ ਕੁਝ ਆਪਾਂ ਸੌਖੀ ਚੀਜ਼ ਸਿਖਾਈਏ, ਠੀਕ ਹੈ। ਜੇ ਉਹੀ ਆਪਾਂ ਚੱਲਣਾ ਵਾ ਨਿਆਣਿਆਂ ਵਾਲੇ ਕੰਮ, ਠੀਕ ਹੈ, ਜੋ ਕਲਾਸਾਂ ਦੇ ਵਿੱਚ ਸਿਖਾਇਆ ਗਿਆ ਵਾ, ਰਾਈਟ। ਸੋ ਉਹ ਤਾਂ ਤੁਸੀਂ ਇਸ ਤਰੀਕੇ ਨਾਲ ਕਰੋਗੇ, ਠੀਕ ਹੈ। ਪਰ ਆਹ ਦੇਖੋ ਕਿੱਥੇ ਤੋਂ ਅਸੀਂ ਆਹ ਕੁਐਸਚਨ ਕੀਤਾ, ਕਿੱਥੇ ਆਹ ਕੀਤਾ, ਕਿੰਨਾ ਫਰਕ ਆ, ਠੀਕ ਹੈ। ਆਹ ਤੁਸੀਂ ਕੁਐਸਚਨ 30-40 ਸੈਕਿੰਡ ਦੇ ਵਿੱਚ ਆਹ ਸਾਰਾ ਕੰਮ ਕਰ ਸਕਦੇ ਕੈਲਕੂਲੇਸ਼ਨ, ਓਕੇ। ਔਰ ਆਹ ਇਹਦੇ ਲਈ ਤੁਹਾਨੂੰ 2-4 ਮਿੰਟ ਲੱਗ ਜਾਣਗੇ। ਸੋ ਕਿਹੜਾ ਤੁਹਾਡਾ ਟਾਈਮ ਸੇਵ ਕਰਦਾ, ਇਹ, ਰਾਈਟ। ਦੇਖੋ ਇੱਥੇ ਆਪਾਂ ਕਿਉਂ ਨਹੀਂ ਲਗਾਇਆ ਇਹ ਸਾਰਾ 50 70 20 ਦੇ ਥੱਲੇ ਪਰਸੈਂਟੇਜਸ ਕਿਉਂ ਨਹੀਂ ਲਗਾਈਆਂ, ਤੁਸੀਂ ਪੁੱਛੋਗੇ ਕਿ ਸਰ ਇਦਾਂ ਕਿਉਂ ਨਹੀਂ ਲਗਾਈਆਂ, ਕਿਉਂਕਿ ਯਾਰ ਇਹ ਕੱਟ ਹੀ ਹੋ ਜਾਣੇ। ਜੇ ਮੈਂ ਇੱਥੇ ਵੀ ਤੁਹਾਨੂੰ ਡਿਵਾਈਡ ਕਰਕੇ ਦਿਖਾ ਦੇਵਾਂ, ਠੀਕ ਹੈ, ਓਕੇ, ਇਹਨਾਂ ਨੂੰ ਸਿੱਧਾ ਹੀ ਡਿਵਾਈਡ ਕਰ ਦਈਏ ਤਾਂ ਆਹ ਸਾਰੇ 100 ਨਾਲ 100 ਇੱਥੇ ਕੱਟ ਹੀ ਹੋ ਰਿਹਾ ਵਾ, ਰਾਈਟ। ਇਹ 100 ਨਾਲ 100 ਕੱਟਿਆ ਜਾਣਾ ਵਾ, ਥੱਲੇ ਵਾਲੇ ਨਾਲ ਉੱਪਰ, ਠੀਕ ਹੈ। ਆ ਜ਼ੀਰੋਆਂ ਨਾਲ ਜ਼ੀਰੋਆਂ ਕੱਟੀਆਂ ਜਾਣੀਆਂ ਵਾ, ਅਲਟੀਮੇਟਲੀ ਆਹੀ ਰਹਿ ਜਾਣਾ ਵਾ, ਰਾਈਟ। ਸੋ ਰੇਸ਼ੋ ਵਾਲੇ ਕੇਸ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਡਾਇਰੈਕਟ ਕਰ ਸਕਦੇ ਆ, ਠੀਕ ਹੈ। ਡਾਇਰੈਕਟ ਮੈਥਡ ਤੁਸੀਂ ਆਹ ਵਾਲਾ ਲਗਾ ਸਕਦੇ ਆ, ਓਕੇ। ਲੱਗੀ ਸਮਝ, ਹਾਂਜੀ। ਅਗਲਾ ਕੁਐਸਚਨ ਦੇਖੋ, find the approximate difference between average of valid votes of village B and E and average of votes polled in village ABD, ਠੀਕ ਹੈ। ਹੁਣ ਇੱਥੇ ਪਹਿਲੀ ਗੱਲ ਕਿ ਡਿਫਰੈਂਸ ਪੁੱਛਿਆ ਗਿਆ ਵਾ, ਅਪਰੋਕਸੀਮੇਟ ਡਿਫਰੈਂਸ, ਠੀਕ ਹੈ। ਸੋ ਕੇਸ ਦਾ ਵੈਲਿਡ ਵੋਟਸ ਆਫ B, ਵੈਲਿਡ ਵੋਟ ਮਤਲਬ ਇਸ ਕਾਲਮ ਦੀ ਗੱਲ ਕੀਤੀ ਗਈ ਹੈ, ਕਿਹੜੇ ਕਿਹੜੇ ਵੈਲਿਡ ਵੋਟ ਆਫ B ਐਂਡ E, ਠੀਕ ਹੈ। ਇਹਨਾਂ ਦੋਨਾਂ ਦੀ ਐਵਰੇਜ ਲਵਾਂਗੇ, ਉਹਦਾ ਡਿਫਰੈਂਸ, ਇਹਨਾਂ ਦੋਨਾਂ ਦੀ ਐਵਰੇਜ, ਓਕੇ। ਫਿਰ ਆ ਗਿਆ ਦੂਸਰਾ, ਆ ਗਿਆ ਐਂਡ ਐਵਰੇਜ ਆਫ ਵੋਟ ਪੋਲਡ, ਇੱਥੇ ਪੋਲਡ ਵਾਲੇ ਦੀ ਗੱਲ ਕੀਤੀ ਹੈ, ਮਤਲਬ ਆਹ ਕਾਲਮ ਦੀ ਗੱਲ ਕੀਤੀ ਹੈ, ਇਨ ਵਿਲੇਜ A B ਐਂਡ D, ਠੀਕ ਹੈ। ਇਹਨਾਂ ਤਿੰਨਾਂ ਦੀ ਐਵਰੇਜ ਕੱਢਾਂਗੇ ਔਰ ਉਹਨਾਂ ਨੂੰ ਆਪਸ ਦੇ ਵਿੱਚ ਕਰਾਂਗੇ ਮਾਈਨਸ,
डिफरेंस कढांगे। सो आओ पहला की कर लैने आ, पहला आपां यह कढ लैने आ, राइट। सो कह लो कि न्यूमीनेटर कढ लैने आ, राइट। ਇਹਦਾ ਆਪਾਂ देखो कि 50,000 ਦਾ 70% कितना हो गया 35,000। ठीक है, ये तो जिन्हें परसेंटेज वाले ट्रिक सीखे आ वही दस सकदा 35,000 है। ओके, सो 40,000 का 75% कितना हो गया 75 गुणा 40 कर दोगे 300 आ जाऊगा। सो 300 तो कितना बनया 40 का 75% 30,000 या ओके या फ्रैक्शन करके देख लो 75% ਜਿਹੜਾ ਹੈਗਾ 3/4 फ्रैक्शन ਹੁੰਦਾ ਵਾ। ठीक है, 40,000 गुणा 3/4 ਸੋ ਉੱਥੇ ਸਾਨੂੰ 30,000 ਮਿਲ ਰਿਹਾ ਵਾ। ਸਾਰੇ ਤਰੀਕੇ ਮੈਂ ਤੁਹਾਨੂੰ ਦੱਸ ਰਿਹਾ ਵਾ। ਓਕੇ, ਹੁਣ 1 ਲੱਖ ਦਾ 75% ਕਿੰਨਾ ਹੋ ਜਾਏਗਾ ਬਿਲकुल 75,000 ਹੋ ਜਾਏਗਾ। ठीक है, और ਇਹਨਾਂ ਤਿੰਨਾਂ ਦੀ ਜਿਹੜੀ ਹੈਗੀ ਐਵਰੇਜ ਕਿੰਨੀ ਬਣੀ, ਇਹਨਾਂ ਤਿੰਨਾਂ ਦੀ ਐਵਰੇਜ 75 35 110 110 ਤੇ 30 140 140/3 ਸੋ ਕਿੰਨਾ ਬਣ ਗਿਆ 1,40,000/3 ਕੀ ਇਹਦੀ ਰੇਸ਼ੋ ਆਈ 4 ਤੀਏ 12 2 बचे और 0 6 ਤੀਏ 18 6 6 6 46,666 ਪੁਆਇੰਟ ਅੱਗੇ ਵੀ 6 6 ਚੱਲ ਸਕਦਾ ਵਾ। ਰਾਈਟ, ਇਹ ਹੋ ਗਈ। ठीक है, और दूसरी गल हुण आपां देखिए कि अगर आपां देखना होवे कि किन्नियां वैलिड वोट्स पईयां ने। सो सानू 20 ਦੀਆਂ वोट पोल्ड किन्नियां पईयां होईयां सानू पता 30,000 वोट्स आ देखो आपां कड्ढियां सी इत्थे। ठीक है, हुण 30,000 ਦਾ 60% किन्ना करूंगे वैलिड वोट्स 30 ਦਾ 60% 6 ਤੀਏ 18 ਇਹਦਾ मतलब 18,000 आ जाएगा। जमा कर दिओ कि ਇਹਦੇ ਵਿੱਚ ਕੀ ਕਰਨਾ ਵਾ ਹੁਣ ਇਹਦਾ 70%। ठीक है, 80,000 ਦਾ 90% किन्ना हो गया 8 नाम 72 72,000 हो गया। ठीक है, 72,000 ਦਾ फिर 70% 72,000 ਦਾ 70% 72 गुणा 7। ठीक है, 72 गुणा 7। ठीक है, सो ਜਾਂ ਤੁਸੀਂ ਇਦਾਂ ਕਰੋ कि 70 गुणा 7 करो 7 7 49 490 और ਇਹਦੇ ਵਿੱਚ ਕਿੰਨੇ ਐਡ ਕਰ ਦਿਓ 14 ਐਡ ਕਰ ਦਿਓ। ठीक है, 504। देखो ये मैं ਤੁਹਾਨੂੰ ਇਹ ਦੱਸ ਰਿਹਾ ਉਹ ਗੱਲ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਚੱਲਣੀ ਚਾਹੀਦੀ ਆ। ठीक है, 72 गुणा 7 ਮੈਨੂੰ ਪਤਾ ਕਿ ਤੁਸੀਂ ਨਹੀਂ ਕਰ ਸਕਦੇ, ਇਦਾਂ ਦਿਮਾਗ ਦੇ ਵਿੱਚ ਕੈਲਕੂਲੇਟ ਨਹੀਂ ਕਰ ਸਕਦੇ। ਰਾਈਟ, ਸੋ ਉਹਦਾ ਦੂਸਰਾ ਤਰੀਕਾ ਦੱਸ ਦਿੱਤਾ ਤੁਹਾਨੂੰ 70 ਗੁਣਾ 7 ਕਰਕੇ ਉਹਦੇ ਵਿੱਚ 14 ਐਡ ਕਰ ਦਿਓ। ਓਕੇ, ਸੋ ਇਸ ਤਰੀਕੇ ਨਾਲ ਤੁਹਾਡਾ ਆ ਗਿਆ 50,400। ਰਾਈਟ, ਠੀਕ ਹੈ। ਸੋ ਕਿਉਂਕਿ 72,000 ਦਾ ਜਿਹੜਾ ਹੈਗਾ 70% ਉਹ 504 ਤਾਂ ਨਹੀਂ ਹੋਏਗਾ 5,040 ਵੀ ਨਹੀਂ ਹੋਏਗਾ ਉਹ 50,400 ਹੀ ਬਣਦਾ ਵਾ। ਰਾਈਟ, ਡਿਵਾਈਡਡ ਬਾय 2। ਠੀਕ ਹੈ, ਸੋ ਇਹ ਐਡ ਕਰ ਦਿਓ। ਠੀਕ ਹੈ, ਕਿੰਨਾ ਬਣ ਗਿਆ 0 0 4 8 6/2। ਠੀਕ ਹੈ, ਸੋ ਇਹਨੂੰ ਕੱਟ ਵੱਢ ਕਰ ਦਿਓ ਇਹਦਾ ਬਣ ਗਿਆ 3 4 2। ठीक है, 34,200। सो ਹੁਣ ਇਹਨਾਂ ਦਾ ਕਰੋ डिफरेंस क्योंकि ਆਪਾਂ डिफरेंस फाइंड आउट करना ना दोनों एवरेजेस ਦਾ। सो डिफरेंस कितना हो गया 46,666। ओके, डिफरेंस ਤੁਸੀਂ ਸਿੱਧਾ ਵੀ ਕਰ ਸਕਦੇ ਆ, ਇਹ ਤਾਂ ਜਸਟ ਮੈਂ ਮਾਈਂਡ ਦੇ ਵਿੱਚ ਹੀ ਕਰ ਲਓ। डिफरेंस 6 6 4। ठीक है, ਇੱਥੇ ਆ ਗਿਆ 2 और ਇੱਥੇ ਆ ਗਿਆ 1। ठीक है, 12,466 मतलब ਇਹਦੇ ਵਿੱਚ ਕਿਹੜੀ ਆ ਅਪਰੋਕਸੀਮੇਟ ਕਿਹੜੀ ਸਭ ਤੋਂ ਨਜ਼ਦੀਕ ਵਾਲੀ ਟਰਮ ਕਿਹੜੀ ਪਈ ਇੱਥੇ 12,500। ਡੀ ਜਿਹੜਾ ਹੈਗਾ ਤੁਹਾਡਾ ਆ ਜਾਏਗਾ ਆਨਸਰ। ਰਾਈਟ, ਲੱਗ ਰਿਹਾ ਵਾ ਸਮਝ। ਓਕੇ, ਸੋ ਪਹਿਲਾਂ ਦੁਬਾਰਾ ਦੱਸ ਦਿੰਦਾ ਵਾਂ ਜੇ ਕਿਸੇ ਨੂੰ ਨਹੀਂ ਸਮਝ ਲੱਗਾ। ਪਹਿਲਾਂ ਆਪਾਂ ਜਿਹੜੀ ਹੈਗੀ ਇਹਦੀ ਐਵਰੇਜ ਕੱਢੀ ਆ। ਠੀਕ ਹੈ, ਇਹਦੀ ਐਵਰੇਜ ਕੱਢੀ ਆਪਾਂ ਇਹ। ਠੀਕ ਹੈ, ਤਿੰਨੋਂ ਟਰਮ फाइंड आउट कर ਲਈਆਂ ਵੈਲਿਡ ਵੋਟ ਪੋਲਡ ਕਿੰਨੀਆਂ ਹੋਈਆਂ। ਠੀਕ ਹੈ, A B ਤੇ E ਲਈ। ਰਾਈਟ, ਇਹਦਾ ਡਿਵਾਈਡਡ ਬਾय 3 ਕਿਉਂਕਿ ਜਿੰਨੀਆਂ ਟਰਮਸ ਹੋਣ ਉਨੇ ਦੇ ਨਾਲ ਆਪਾਂ 3 ਟਰਮ ਸੀਗੀਆਂ ਸੋ 3 ਨਾਲ ਡਿਵਾਈਡ ਕਰ ਦਿੱਤਾ। ਸੋ ਇੱਥੋਂ ਸਾਡਾ ਆ ਗਿਆ 46,000। ਠੀਕ ਹੈ, ਦੂਸਰੀ ਆਪਾਂ ਇਹਨਾਂ ਦੀ ਐਵਰੇਜ ਕੱਢੀ ਆ। ਠੀਕ ਹੈ, ਇਹਨਾਂ ਦੀ ਐਵਰੇਜ 18,000 ਜਮਾ 50,400/2 ਕਿਉਂਕਿ ਇੱਥੇ 2 ਟਰਮਸ ਨੇ ਇਸ ਕਰਕੇ 2 ਨਾਲ ਡਿਵਾਈਡ ਕੀਤਾ। ठीक है, ਇੱਥੇ ਸਾਡਾ ਆ ਗਿਆ 34,200। ਇਹਨਾਂ ਦੋਨਾਂ ਦਾ ਆਪਾਂ ਡਿਫਰੈਂਸ ਦੱਸ ਕੇ ਆਨਸਰ ਦੱਸ ਦਿੱਤਾ ਕਿਉਂਕਿ ਇੱਥੇ ਡਿਫਰੈਂਸ ਪੁੱਛਿਆ ਗਿਆ ਸੀਗਾ। ਠੀਕ ਹੈ, ਥੋੜਾ ਜਿਹਾ ਇਹ ਕੰਪਲਿਕੇਟਡ ਜਾਂ ਜ਼ਿਆਦਾ ਹੀ ਕੰਪਲਿਕੇਟਡ ਸੀਗਾ। ਪਹਿਲਾਂ ਐਵਰੇਜ ਕੱਢੋ ਓਕੇ ਔਰ ਫਿਰ ਡਿਫਰੈਂਸ ਦੱਸੋ, ਬਟ ਇਸ ਤਰੀਕੇ ਦੇ ਕੁਐਸਚਨ ਜਿਹੜੇ ਰਹਿੰਦੇ ਆ। ਅੱਗੇ ਆ ਗਿਆ ਇਨਵੈਲਿਡ ਵੋਟਸ ਆਫ ਵਿਲੇਜ B and C ਟੁਗੇਦਰ।
is what percentage of total votes polled in village C and E। ਸੋ ਪਹਿਲਾਂ ਗੱਲ ਕੀਤੀ ਗਈ ਹੈ ਇਨਵੈਲਿਡ ਵੋਟਸ ਦੀ, ਠੀਕ ਹੈ। ਇਹ ਸਾਡਾ ਦਿੱਤਾ ਵਾ ਵੈਲਿਡ ਵੋਟ, ਠੀਕ ਹੈ। ਵੈਲਿਡ ਵੋਟ ਦਾ ਆਪਾਂ ਇਨਵੈਲਿਡ ਵੋਟ ਕੱਢ ਸਕਦੇ ਹਾਂ। ਸੋ B ਦੀ ਕਿੰਨੀ ਆ, B ਦੀ ਆ ਜਾਏਗੀ 40% ਇਨਵੈਲਿਡ ਵੋਟ। C ਦੀ ਕਿੰਨੀ ਹੋਊਗੀ, C ਦੀ ਆ ਜਾਊਗੀ 25%, ਠੀਕ ਹੈ। ਸੋ ਪਹਿਲਾਂ ਤਾਂ ਆਪਾਂ ਇਹ ਫਾਈਂਡ ਆਊਟ ਕਰਨੀ ਆ ਇਨਵੈਲਿਡ ਵੋਟਸ ਦੀਆਂ, ਠੀਕ ਹੈ। ਸੋ B ਐਂਡ C ਦੀਆਂ ਇਨਵੈਲਿਡ ਵੋਟਸ ਕਿੰਨੀਆਂ ਹੋ ਗਈਆਂ, ਠੀਕ ਹੈ। 40 ਦਾ 75% 30,000, ਠੀਕ ਹੈ। 30,000 ਦਾ 40% ਕਿੰਨਾ ਹੋ ਗਿਆ, 30,000 ਦਾ 40% ਕਿੰਨਾ ਹੋ ਗਿਆ, 4 ਤੀਏ 12, 12,000, ਠੀਕ ਹੈ। ਸੋ 12,000 ਇੱਥੇ ਲਿਖ ਲਓ। ਜਮਾ ਕਰਨਾ ਵਾ ਕਿਹਦੇ ਵਿੱਚ, ਆਹ C ਵਾਲੀਆਂ ਜਮਾ ਕਰਾਂਗੇ। 75,000 ਦਾ 80% ਕਿੰਨਾ ਹੋ ਗਿਆ, 75,000 ਦਾ 80% ਹੋ ਗਿਆ 60,000, ਠੀਕ ਹੈ। ਓਕੇ, ਔਰ 60,000 ਦਾ 25% ਹੋ ਗਿਆ 15,000। ਸੋ ਇਹ ਆ ਗਿਆ 27,000, 27,000। ਓਕੇ, ਪਹਿਲੀ ਚੀਜ਼ ਸਾਡੇ ਕੋਲ ਨਿਕਲ ਗਈ। ਹੁਣ ਆਪਾਂ ਅੱਗੇ ਕੱਢਾਂਗੇ ਆਫ what percent of total votes polled, ਠੀਕ ਹੈ। ਇੱਥੇ ਕਿਹੜੇ ਕਾਲਮ ਦੀ ਗੱਲ ਕੀਤੀ ਆ, ਇਹ ਵੋਟ ਪੋਲਡ ਵਾਲੇ ਦੀ, ਠੀਕ ਹੈ। ਆਫ C ਐਂਡ E, ਠੀਕ ਹੈ, C ਐਂਡ E। ਓਕੇ, C ਦਾ ਸਾਨੂੰ ਪਤਾ ਵਾ ਕਿੰਨਾ ਵਾ, 60,000 ਵੋਟ ਪੋਲ ਕੀਤੀ ਗਈ ਆ, ਰਾਈਟ। ਔਰ E ਦੀ ਵਿੱਚ ਕਿੰਨੀ ਕੀਤੀ ਗਈ ਆ, 80,000 ਦਾ 90% ਹੋ ਗਿਆ 72,000, 8 ਨਾਮ 72। ਕਿੰਨਾ ਬਣ ਗਿਆ ਇਹ 0002, ਓਕੇ। 1,32,000 ਦੇ ਵਿੱਚੋਂ ਹੁਣ ਆਪਾਂ 27,000 ਮਤਲਬ 27 ਤੇ 132 ਦੀ ਜਿਹੜੀ ਹੈਗੀ ਆ ਰੇਸ਼ੋ ਫਾਈਂਡ ਆਊਟ ਕਰਨੀ ਆ, ਓਕੇ। ਔਰ ਇਹ ਪਰਸੈਂਟੇਜ ਦੇ ਟਰਮ ਦੇ ਵਿੱਚ ਕਰਨੀ ਆ, ਠੀਕ ਹੈ। ਇਹਨੂੰ 100 ਲਾ ਲਓ, ਠੀਕ ਹੈ। ਸੋ 2700 ਬਟਾ 32 ਕਰ ਦਿਓ, ਇਹਨੂੰ ਡਿਵਾਈਡ 132 ਸੌਰੀ, ਠੀਕ ਹੈ। ਸੋ ਕਿੰਨਾ ਆ ਜਾਏਗਾ, 2 ਤੇ ਜਾਏਗਾ ਪਹਿਲਾਂ, ਠੀਕ ਹੈ। ਇਹ ਆ ਜਾਏਗਾ 264, 2 ਤੇ ਜਦ ਜਾਏਗਾ ਤੇ 6 ਬਾਕੀ, ਠੀਕ ਹੈ। 6 ਬਾਕੀ ਆ ਜਾਏਗਾ, 6 0, ਰਾਈਟ। ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਸਾਡਾ ਆਨਸਰ ਬਣ ਰਿਹਾ, ਸਾਡਾ ਆਨਸਰ ਬਣੇਗਾ 2 ਸਹੀ 5/11, 20 ਸਹੀ 5/11, ਰਾਈਟ। ਓਕੇ, ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਤੁਸੀਂ ਇਹ ਕਰ ਲਓਗੇ ਸੋਲਵ, ਰਾਈਟ, ਠੀਕ ਹੈ। ਸੋ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਅਗਲੇ ਕੁਐਸਚਨ ਦੇ ਉੱਤੇ। The difference between valid votes and invalid votes of village E is approximately what percentage of total votes available in village A, ਠੀਕ ਹੈ। ਸੋ ਵਿਲੇਜ E ਦੀ ਗੱਲ ਕੀਤੀ ਗਈ ਆ, ਓਕੇ, ਐਂਡ ਵਿਲੇਜ A ਦੀ ਗੱਲ ਕੀਤੀ ਗਈ ਆ। ਡਿਫਰੈਂਸ ਪਤਾ ਕਰਨਾ ਵਾ, ਡਿਫਰੈਂਸ ਬਿਟਵੀਨ ਵੈਲਿਡ ਵੋਟਸ ਐਂਡ ਇਨਵੈਲਿਡ ਵੋਟਸ ਆਫ ਵਿਲੇਜ E, ਠੀਕ ਹੈ। ਵੈਲਿਡ ਵੋਟ ਔਰ ਇਨਵੈਲਿਡ ਵੋਟ ਦਾ ਡਿਫਰੈਂਸ ਪਤਾ ਕਰਨਾ ਵਾ। ਸੋ ਵੈਲਿਡ ਵੋਟ ਆਪਾਂ ਇਹਦੇ ਪਹਿਲਾਂ ਵੀ ਕੱਢੇ ਹੋਏ ਆ, ਠੀਕ ਹੈ। 18 ਨਾਮ 8 ਨਾਮ 72, 72 ਦਾ 70% ਕਿੰਨਾ ਹੋ ਗਿਆ 550, ਆਪਾਂ ਕੱਢਿਆ ਸੀ ਨਾ 50,400, ਠੀਕ ਹੈ। ਇਹ ਵੈਲਿਡ ਵੋਟ ਹੋ ਗਈਆਂ, ਠੀਕ ਹੈ। ਔਰ ਇਨਵੈਲਿਡ ਵੋਟ ਕਿੰਨੀਆਂ ਹੋਣਗੀਆਂ, ਠੀਕ ਹੈ। ਇਨਵੈਲਿਡ ਵੋਟ ਇਹਦੀਆਂ ਕਿੰਨੀਆਂ ਹੋਣਗੀਆਂ 72,000 ਦੇ ਵਿੱਚੋਂ 50,400 ਅਗਰ ਤੁਸੀਂ ਘਟਾ ਦਿਓ, ਠੀਕ ਹੈ। 72,000 ਕਿਉਂਕਿ ਟੋਟਲ ਵੋਟਸ ਪੋਲਡ ਹੋਈਆਂ ਇੱਥੇ ਸਾਨੂੰ 72,000 ਮਿਲ ਰਿਹਾ ਵਾ, ਠੀਕ ਹੈ। ਇਹਦੇ ਵਿੱਚੋਂ ਆਪਾਂ ਕੱਢਿਆ ਸੀਗਾ ਵੈਲਿਡ ਵੋਟ ਪਿੱਛੇ 50,400 ਬਣਦੀਆਂ। ਸੋ ਇਨਵੈਲਿਡ ਵੋਟਸ ਕਿੰਨੀਆਂ ਹੋ ਗਈਆਂ 006, ਠੀਕ ਹੈ। ਔਰ ਇੱਥੇ 1 ਔਰ ਰਾਈਟ ਇੱਥੇ 2, 2160। ਸੋ ਆਪਾਂ ਡਿਫਰੈਂਸ ਕੀਤਾ, ਆਪਣੇ ਕੋਲ ਵੈਲਿਡ ਵੋਟ ਕਿੰਨੀਆਂ ਨੇ, ਵੈਲਿਡ ਵੋਟ 50,400, ਇਨਵੈਲਿਡ ਵੋਟ 21,600। ਹੁਣ ਇਹਨਾਂ ਦਾ ਡਿਫਰੈਂਸ ਆਪਸ ਦੇ ਵਿੱਚ ਇਹਨਾਂ ਨੂੰ ਘਟਾ ਦਈਏ ਅਗਰ, ਠੀਕ ਹੈ, ਤਾਂ ਕਿੰਨਾ ਆ ਗਿਆ 0 0, 14 ਦੇ ਵਿੱਚੋਂ 6 ਘਟਾਏ 8, ਇੱਧਰ 9 ਆ ਗਏ, 9 ਵਿੱਚੋਂ 1 ਘਟਾਏ 8, ਓਕੇ। ਇੱਧਰ ਆ ਗਏ 4, 4 ਚੋਂ 2 ਘਟਾਏ ਤੇ ਇਹ ਬਣ ਗਿਆ 28,800, ਠੀਕ ਹੈ। is approximately what percent of the total votes polled in village A, total votes village A ਵਿੱਚ ਕਿੰਨੀਆਂ ਪਈਆਂ ਵਾ, ਠੀਕ ਹੈ। 50,000 ਦਾ 70% ਹੁੰਦਾ 35,000, ਠੀਕ ਹੈ। ਓਕੇ, ਸੋ ਇਹਦਾ ਕਿੰਨਾ ਪਰਸੈਂਟ ਹੈ ਇਹ ਕੱਢਣਾ ਵਾ ਆਪਾਂ, ਰਾਈਟ। ਸੋ 0 ਨਾਲ
0 ਗਈਆਂ ओके। और इधर तुसीं 0 नाल 0 कट दिओ ठीक है। 2 पंजे 10 एंड 7 पंजा 35 7 ते जा रहा वा 7 चौका 7 चौक 28 ठीक है। या इन्हां नूं अगर मल्टीप्लाई कर दईए होर जिन्हों मल्टीप्लाई कर देवांगे 8 दूनी 16 एक आया हांसल 8 दूनी 16 एक 17 एक आया हांसल 4 दूनी ओके 576/7 ਇਹਦੇ ਨਾਲ ਇਹਨੂੰ करो डिवाइड ਜੇ राइट सो इत्थे कितना आ जाएगा 8 7 56 राइट। आर वी गोइंग राइट कुछ मिस्टेक तो नहीं कर ली। डिफरेंस बिटवीन वैलिड वोट्स एंड इनवैलिड वोट्स ऑफ विलेज ई ठीक है ओके इज अप्रोक्सीमेटली वट परसेंट ऑफ द टोटल वोट्स अवेलेबल ਉਹ ਸੌਰੀ ਟੋਟਲ ਵੋਟਸ ਅਵੇਲੇਬਲ ਦੀ ਗੱਲ ਕੀਤੀ ਗਈ ਹੈ 35000 ਨਾਲ ਨਹੀਂ ਅਸੀਂ ਕਰਨਾ ਡਿਵਾਈਡ ਅਸੀਂ ਕਰਨਾ ਵਾ ਡਿਵਾਈਡ 50000 ਦੇ ਨਾਲ ਰਾਈਟ। ਸੋ ਕਲੀਅਰ ਕਰਦੇ ਆ ਇਹਨੂੰ ਇੱਕ ਵਾਰੀ ਜਰਾ। ਸੋ ਸਾਡਾ ਕਿੰਨਾ ਸੀਗਾ 28800 ਡਿਵਾਈਡਡ ਬਾय 50000 गुणा 100 सो देखो तो इत्थे गईयां 0 नाल 0 ओके। सो इधर साढ़े नाल आ 0 नाल आ 0 गईयां ठीक है। सो इनू कर दिओ डिवाइड हुण ईजी है 5 पंजा 25 ओके और पिछे 3 बजे और 3 और 8 38 सो 57 सो कित्थे बन रहा साडा आंसर 58 है ठीक है। 57 पॉइंट समथिंग आना सीगा और 50.7% आ गया 58% ओके। इस तरीके नाल जिहड़ा हैगा वा असीं इह आंसर कर लांगे राइट। सो थोड़ा जिहा सुचेत रहण दी लोड़ है कि किहड़े कीवर्ड्स ਜਿਹੜੇ ਹੈਗੇ ਪੁੱਛੇ ਗਏ ਜਿੱਦਾਂ ਆਪਾਂ ਵੀ ਇੱਥੇ ਗਲਤੀ ਕਰ ਲਈ ਠੀਕ ਹੈ। ਅਵੇਲੇਬਲ ਦੀ ਗੱਲ ਕੀਤੀ ਸੀ ਆਪਾਂ ਬੋਲਡ ਕੰਸੀਡਰ ਕਰ ਰਹੇ ਆ ਸੋ ਇਹੀ ਕਨਫਿਊਜ਼ਨ ਹੁੰਦੀ ਹੈ ਇਹਦੇ ਵਿੱਚ। ਐਂਡ दूसरा ਤੁਹਾਨੂੰ ਬਾਕੀ ਜੋ ਹੈ ਫ੍ਰੈਕਸ਼ਨ ਵਾਲਾ ਦੱਸ ਦਿੱਤਾ ਹਿਸਾਬ ਕਿਤਾਬ ਰਾਈਟ। ਕਿਸ ਤਰੀਕੇ ਔਰ ਰੇਸ਼ੋ ਜਦੋਂ ਅਸੀਂ ਰੇਸ਼ੋ ਡਿਟਰਮਾਈਨ ਕਰਨੀ ਹੋਵੇ ਉਸ ਤੋਂ ਉਦੋਂ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਦੇਖਦੇ ਹਾਂ ਕਿ ਅੱਗੇ ਸੀਗਾ क्वेश्चन करिए या ना करिए वीडियो बहुत लंबी हो रही है सो लेट अस सी इनू कर ही लैने आ राइट। ਇਹਦੇ ਵਿੱਚ ਜ਼ਿਆਦਾ ਟਾਈਮ ਲੱਗੇਗਾ 10 ਮਿੰਟ ਹੋਰ ਲੱਗਣੇ ਆ। ਸੋ ਤੁਸੀਂ ਦੇਖੋ ਇਹਦੇ ਵਿੱਚ ਇਹ ਜੋ ਹੈ ਕੁਐਸਚਨ ਜਿਹੜਾ ਹੈਗਾ PCS 2015 ਦੇ ਅੰਦਰ ਆਇਆ ਹੋਇਆ ਵਾ ਠੀਕ ਹੈ ओके। और ये टेबल टाइप ही है टेबल चार्ट टाइप ही डाटा इंटरप्रिटेशन का क्वेश्चन है। सो पढ़ो इनू डायरेक्शंस की द फॉलोइंग टेबल गिव्स द सेल्स ऑफ बैटरी मैन्युफैक्चर्ड बाय अ कंपनी ओवर द ईयर ठीक है। द स्टडी द चार्ट एंड आंसर द क्वेश्चन ठीक है। सो सानू इधर की दिता गया वा सानू बैटरीज की सेल दी गई है हर साल कितनी हो रही है 1992 तो लैके 1998 तक हर साल बैटरी की सेल दी गई है ओके। और ये अलग अलग टाइप दी बैटरी ने 3 4AH 7AH 32AH 35AH एंड 55AH ठीक है। और टोटल देखा जाए इन्हां सारियां दा मतलब टोटल बैटरियां 1992 च कितनियां विकीयां वो 543 है राइट। सो ये साडा दिता हुआ डाटा ठीक है सारा डाटा सानू अवेलेबल है कुछ मिसिंग नहीं है। सो आपां देखते हैं अगले क्वेश्चन दे विच कि इहदा क्वेश्चन की है राइट। So what was the approximate percentage of increase in the sales of 55AH batteries in 1998 compared to that of 1992 ठीक है। सो 55AH ਦੀ ਗੱਲ ਕੀਤੀ ਗਈ ਹੈ और इधरों 1992 और इधरों 1998 ਦੇ ਉੱਤੇ ਟਿਕ ਕਰ ਲਓ ਠੀਕ ਹੈ ਵੀ ਅਸੀਂ ਇਹ ਫਿਗਰ ਕੰਸੀਡਰ ਕਰਨੀ ਆ ਆਪਣਾ ਰਾਈਟ। ਸੋ ਕਿੰਨਾ ਇੰਕਰੀਜ਼ ਹੋਇਆ ओके इंक्रीज कितना होया परसेंटेज की गल की इंक्रीज परसेंट कढ़ना वा ठीक है। सो 145 ਦੇ ਵਿੱਚੋਂ 108 ਕੱਢ ਦੂੰਗੇ ਤਾਂ ਤੁਹਾਨੂੰ ਮਿਲ ਜਾਣੇ ਆ 37 ਰਾਈਟ। ਹੁਣ 37 ਦੇ ਵਿੱਚੋਂ ਆਪਾਂ ਇੰਕਰੀਜ਼ ਪਰਸੈਂਟੇਜ ਕੱਢਣਾ ਵਿਦ ਰਿਸਪੈਕਟ ਟੂ 1992 ਹੁਣ ਮੈਨੂੰ ਇਹ ਦੱਸੋ ਕਿ ਥੱਲੇ ਇਹਦੇ ਆਪਾਂ 145 ਲਾਈਏ ਜਾਂ ਥੱਲੇ ਆਪਾਂ ਇਹਦੇ ਲਗਾਈਏ ਠੀਕ ਹੈ 37/108 ओके। ਇੱਥੇ ਕਰਦੇ ਆ ਬਹੁਤ ਲੋਕ ਗਲਤੀ राइट। सो आप इंक्रीज विद रिस्पैक्ट टू 1992 पता करना वा ना सो थले इस करके 1992 आ जाएगा मतलब 1992 की फिगर 108 आ जाएगी ठीक है 108 गुणा 100 राइट। सो 37 जिहड़ा हैगा वा ये नंबर किसी ते कट नहीं होना सो सानू
ਇਹਨੂੰ ਲਿਟਰਲੀ ਜਿਹੜਾ ਹੈਗਾ ਵਾ ਡਿਵਾਈਡ ਕਰਨਾ ਹੀ ਪੈਣਾ ਵਾ। ਠੀਕ ਹੈ, ਸੋ ਦੇਖਾਂਗੇ ਕਿੰਨਾ ਬਣ ਗਿਆ। ਸੋ 108 ਨੂੰ ਕਰਾਂਗੇ ਤਾਂ ਇਹ 3 ਤੇ ਜਾਂਦਾ। ਠੀਕ ਹੈ, ਕਿੰਨਾ ਬਣ ਗਿਆ 324। ਠੀਕ ਹੈ, 370 ਦੇ ਵਿੱਚੋਂ 324 ਘਟਾਏ ਤਾਂ ਬਣਦੇ ਪਿੱਛੇ ਬਚੇ ਪਿੱਛੇ ਕਿੰਨੇ 56 56 ਬਚੇ ਕਿ 46 ਬਚੇ 46 ਬਚੇ ਹੈ ਨਾ। ਓਕੇ, ਸੋ 46 ਬਚੇ ਔਰ ਪਿੱਛੇ ਜਿਹੜਾ ਹੈਗਾ 0 ਆ ਗਿਆ 460। ਸੋ 108 ਨੂੰ 4 ਨਾਲ ਗੁਣਾ ਕਰਾਂਗੇ। ਠੀਕ ਹੈ, ਸੋ ਇਹ ਲਗਭਗ ਦੇਖੋ ਤੁਹਾਡੀ ਫਿਗਰ ਕਿੱਥੇ ਬੈਠਦੀ ਜਾ ਕੇ, ਇਹ 34% ਤੇ ਬੈਠਦੀ ਹੈ ਫਿਗਰ। ਓਕੇ, ਜੇ ਤੁਸੀਂ ਇਹਨੂੰ ਡਿਵਾਈਡ ਕਰ ਦੋਗੇ ਤਾਂ ਤੁਹਾਨੂੰ 34% ਜਿਹੜਾ ਹੈਗਾ ਉਹ ਆਨਸਰ ਮਿਲਦਾ ਵਾ। ਰਾਈਟ, ਸੋ ਇਸ ਤਰੀਕੇ ਨਾਲ ਇੱਥੇ ਹੋ ਗਿਆ। ਓਕੇ, ਅਗਲਾ ਦੇਖੋ ਟਾਈਪ ਆਫ ਬੈਟਰੀ। ਅੱਛਾ, ਇਨ ਕੇਸ ਆਫ ਵਿਚ ਬੈਟਰੀ देयर इज अ ਕੰਟੀਨਿਊਸ ਡਿਕਰੀਜ਼ ਇਨ ਸੇਲ ਫਰੋਮ 1992 ਤੋਂ 1997। ਠੀਕ ਹੈ, ਪਹਿਲਾਂ ਇਹਨਾਂ ਨੂੰ ਟਿਕ ਕਰ ਲਓ। 1992 ਤੋਂ 1997 ਚ ਕਿਹੜੀ ਬੈਟਰੀ ਹੈ ਜਿਹਦੇ ਵਿੱਚ ਕੰਟੀਨਿਊਸ ਡਿਕਰੀਜ਼ ਹੋ ਰਹੀ ਹੈ, ਜਿਹਦੀ ਸੇਲ ਕੰਟੀਨਿਊਸ ਮਤਲਬ ਕਿ ਹਰ ਸਾਲ ਡਿਕਰੀਜ਼ ਹੀ ਹੁੰਦੀ ਜਾਂਦੀ ਹੈ। ਸੋ ਇਹ ਤੁਸੀਂ ਚੈੱਕ ਕਰ ਲਓ। 75 ਤੋਂ ਉੱਤੇ 90 ਨਹੀਂ, ਇਹ ਇੰਕਰੀਜ਼ ਹੋ ਗਿਆ, ਇਹਦੇ ਵਿੱਚ ਨਹੀਂ। 146 126 ਇਹ ਡਿਕਰੀਜ਼ ਜਾ ਰਹੀ ਆ। 114 190 75 60 6 ਇੱਥੇ ਇੰਕਰੀਜ਼ ਹੋ ਗਿਆ, ਬਟ ਰਾਈਟ ਆ। ਠੀਕ ਹੈ, ਆਪਾਂ ਨੂੰ 197 ਤੱਕ ਹੀ ਪੁੱਛਿਆ ਵਾ। ਸੋ ਦੇਖੋ ਇਹਦੇ ਵਿੱਚ ਲਗਾਤਾਰ ਡਿਕਰੀਜ਼ ਹੋ ਰਿਹਾ ਵਾ। ਰਾਈਟ, ਸੋ ਦੇਖੋ ਕਿੰਨਾ ਈਜ਼ੀ ਕੁਐਸਚਨ ਆ। ਅਸੀਂ ਜਸਟ ਡਾਟਾ ਦੇਖਣਾ ਹੀ ਹੈ ਕਿ ਡਿਕਰੀਜ਼ ਹੋ ਰਿਹਾ ਵਾ, ਬਟ ਗੱਲ ਕੀ ਹੈ ਕਿ ਇੱਥੇ ਅਸੀਂ ਦੇਖਿਆ ਜਾਵੇ ਕੰਟੀਨਿਊਸ ਡਿਕਰੀਜ਼। ਠੀਕ ਹੈ, ਕਿ ਹਰ ਸਾਲ ਡਿਕਰੀਜ਼ ਹੋ ਰਿਹਾ। ਸੋ ਇਹ ਕਿਹੜੀ ਆਪਸ਼ਨ ਆ ਗਈ, ਇਹ ਆਪਸ਼ਨ ਡੀ ਆ ਗਈ 7AH। ਓਕੇ, ਸੋ ਇਹਨਾਂ ਕੁਐਸਚਨ ਦਾ ਤੁਸੀਂ ਲੈਵਲ ਦੇਖੋਗੇ ਤਾਂ ਬਹੁਤ ਜ਼ਿਆਦਾ ਈਜ਼ੀ ਲੱਗੇਗਾ, ਜਿਹੜੇ ਆਪਾਂ ਕਰ ਲਏ ਆ ਪਿੱਛੇ ਪ੍ਰੈਕਟਿਸ ਦੇ ਨਾਲੋਂ। ਠੀਕ ਹੈ, ਆਪਾਂ ਜਿਹੜੇ ਪ੍ਰੈਕਟਿਸ ਵਾਲੇ ਕੀਤੇ ਉਹ ਕਿਤੇ ਬਹੁਤ ਜ਼ਿਆਦਾ ਟਫ ਨਹੀਂ ਆ, ਉਸ ਤੋਂ ਵੀ ਬਹੁਤ ਹਾਈ ਲੈਵਲ ਦੇ ਕੁਐਸਚਨ ਆ। ਬਟ ਮੈਂ ਤੁਹਾਨੂੰ ਪ੍ਰਪੇਅਰ ਇਸ ਹਿਸਾਬ ਨਾਲ ਕਰਨਾ ਚਾਹੁੰਦਾ ਮੈਂ ਕਿ ਇਸ ਜਿਹੜਾ ਹੈਗੇ ਆ, ਹੁਣ ਤੁਸੀਂ ਇਹ ਕੁਐਸਚਨ ਦੇਖੋਗੇ, ਇਸ ਕੁਐਸਚਨ ਦੇ ਲੈਵਲ ਤੋਂ ਥੋੜਾ ਉੱਪਰ ਵੀ ਹਾਈ ਲੈਵਲ ਵੀ ਆ ਜਾਵੇ ਤਾਂ ਤੁਸੀਂ ਉਹਨਾਂ ਨੂੰ ਵੀ ਹੈਂਡਲ ਕਰ ਸਕੋ। ਠੀਕ ਹੈ, ਓਕੇ, ਬਟ PCS ਦੇ ਵਿੱਚ ਜਿਹੜੇ ਤੁਸੀਂ ਉਹ ਕੁਐਸਚਨ ਦੀ ਹੁਣ ਤੁਸੀਂ ਦੇਖੋਗੇ, ਠੀਕ ਹੈ, ਉਹਨਾਂ ਦਾ ਲੈਵਲ ਬੜਾ ਹੀ ਸਿੰਪਲ ਆ। ਰਾਈਟ, ਸੋ ਇਸ ਕਰਕੇ ਹੀ ਹੈ ਕਿ ਈਜ਼ੀ ਹੈ, ਬਟ ਸਮਝ ਲਓ ਇਸ ਚੀਜ਼ ਨੂੰ। ਠੀਕ ਹੈ, ਆਪਣੇ 10 12 ਨੰਬਰ 15 ਨੰਬਰ ਜਿਹੜੇ ਸਿਕਿਉਰ ਕਰ ਲਓ। what is the difference in the number of 35AH battery sold in 1993 and 1997? ਪਹਿਲਾਂ 35AH ਟਿਕ ਕਰ ਲਓ, ਫਿਰ 1993 ਟਿਕ ਕਰ ਲਓ, 1997 ਟਿਕ ਕਰ ਲਓ। ਓਕੇ, ਸੋ ਕੀ ਆ ਗਿਆ 48 and 45। ਠੀਕ ਹੈ, ਸੋ ਡਿਫਰੈਂਸ ਪਤਾ ਕਰਨਾ ਵਾ। ਸੋ ਕਿੰਨਾ ਆ ਗਿਆ 84 ਦੇ ਵਿੱਚੋਂ 45 ਘਟਾ ਦੇਵਾਂਗੇ ਤਾਂ ਕਿੰਨੇ ਆਉਂਦੇ ਆ ਸਾਡੇ ਕੋਲ 39 ਆਉਂਦੇ ਆ। ਠੀਕ ਹੈ, ਸੋ 39 ਲਾ ਦੀ ਆਂਸਰ। ਨਹੀਂ, 39 ਨਹੀਂ ਲਾਉਣਾ ਕਿਉਂਕਿ ਇੱਥੇ ਇਹ ਚੀਜ਼ ਦੇਖਣ ਵਾਲੀ ਹੈ। ਠੀਕ ਹੈ, ਟਾਈਪ ਆਫ ਬੈਟਰੀ ਇਨ 1000। ਠੀਕ ਹੈ, ਜਿਹੜੀ ਸੇਲ ਦਿੱਤੀ ਗਈ ਹੈ ਇਨ 1000 ਦਿੱਤੀ ਗਈ ਆ। ਰਾਈਟ, ਸੋ ਇਹਦਾ ਮਤਲਬ ਇਹਨੂੰ ਆਪਾਂ 1000 ਨਾਲ ਗੁਣਾ ਕਰਨਾ ਵਾ, ਇਹਦੇ ਪਿੱਛੇ 3 ਜ਼ੀਰੋਆਂ ਲਾਉਣੀਆਂ ਵਾ। ਸੋ ਇਸ ਕਰਕੇ ਆਂਸਰ ਇਹਦਾ ਆਏਗਾ ਉਹ ਆਏਗਾ A। ਰਾਈਟ, ਸੋ ਬਿਲਕੁਲ ਈਜ਼ੀ ਲੈਵਲ ਦੇ ਇਹ ਕੁਐਸਚਨ ਆ। ਰਾਈਟ, ਦੇਖੋ ਤੁਸੀਂ ਕਿਸ ਤਰੀਕੇ ਨਾਲ ਇਹ ਨਿਕਲਦੇ ਜਾ ਰਹੇ ਆ। ਰਾਈਟ, ਹੁਣ ਅੱਗੇ ਦੇਖੋ ਟਾਈਪ ਆਫ ਅੱਗੇ ਆ ਦਾ ਟੋਟਲ ਸੇਲਸ ਆਫ ਆਲ 7 ਈਅਰ ਇਜ਼ ਮੈਕਸਿਮਮ ਫॉर ਵਿਚ ਬੈਟਰੀ। ਠੀਕ ਹੈ, ਕਿਹੜੀ ਬੈਟਰੀ ਦੇ ਲਈ ਸੇਲਸ ਸਾਰੇ 7 ਸਾਲਾਂ ਦੇ ਵਿੱਚ ਮੈਕਸਿਮਮ ਆ। ਮਤਲਬ ਆਪਾਂ ਇਹਨਾਂ ਸਾਰਿਆਂ ਦਾ ਸਮੀਸ਼ਨ ਕਰੀਏ, ਠੀਕ ਹੈ, ਤਾਂ ਆਪਾਂ ਨੂੰ ਪਤਾ ਲੱਗੇਗਾ। ਓਕੇ, ਸਮੀਸ਼ਨ ਕਰਕੇ ਆਫ ਕੋਰਸ ਅਸੀਂ ਕੱਢ ਸਕਦੇ ਹਾਂ, ਪਰ ਇਹਦੇ ਵਿੱਚ ਇੱਕ ਸਮਾਰਟ ਤਰੀਕਾ ਤੁਸੀਂ ਦੇਖ ਸਕਦੇ ਹੋ। ਤੁਸੀਂ ਪਹਿਲਾਂ ਫਿਗਰਸ ਨੂੰ ਦੇਖੋ ਇਹਦੇ ਵਿੱਚ। ਠੀਕ ਹੈ, ਇੱਕ ਵਾਰੀ ਇਹਨਾਂ ਦੇ ਉੱਤੇ ਨਜ਼ਰਸਾਨੀ ਕਰੋ, ਤੁਹਾਨੂੰ ਉਦੋਂ ਹੀ ਪਤਾ ਲੱਗ ਸਕਦਾ ਵਾ ਕਿ ਕਿਹੜੇ ਵਿੱਚ ਜ਼ਿਆਦਾ ਮਤਲਬ ਸੇਲ ਦਿਖ ਰਹੀ ਆ। ਰਾਈਟ, ਠੀਕ ਹੈ, ਸੋ ਅਗਰ ਮੈਂ ਸਿੰਪਲੀ ਆਪ ਜਿੱਦਾਂ ਮੈਂ ਦੇਖ ਪਾ ਰਿਹਾ ਵਾਂ। ਠੀਕ ਹੈ, ਹੁਣ ਦੇਖੋ ਇਹ ਜੋ ਬੈਟਰੀਜ਼ ਹੈਗੀਆਂ ਨੇ, ਠੀਕ ਹੈ, ਇੱਕ ਇਹ ਵਾਲੀ ਲਾਈਨ 32AH ਔਰ 55AH। ਇਹਦੇ ਵਿੱਚ ਦੇਖੋ ਕਿ ਜ਼ਿਆਦਾ ਫਿਗਰ ਜਿਹੜੀਆਂ ਹੈਗੀਆਂ 100 ਤੋਂ ਜ਼ਿਆਦਾ ਵਾਲੀਆਂ ਵਾ। ਠੀਕ ਹੈ, ਪਹਿਲੇ ਦੇ ਵਿੱਚ ਸਿਰਫ 2 ਹੀ ਆ 100 ਵਾਲੀਆਂ, 3 ਆ ਇਨਫੈਕਟ। ਠੀਕ ਹੈ, ਓਕੇ, ਦੂਸਰੇ ਦੇ ਵਿੱਚ ਦੇਖੋ 1 2 3, ਇਹਦੇ ਵਿੱਚ ਵੀ 3 ਫਿਗਰ ਹੀ ਆ ਜਿਹੜੀਆਂ 100 ਤੋਂ ਉੱਤੇ ਆ। ਠੀਕ ਹੈ, ਤੀਸਰੇ ਦੇ ਵਿੱਚ ਤੁਸੀਂ ਦੇਖੋ ਕਿ 1 2 3 4 5 6 ਔਰ ਵੱਡੀਆਂ ਫਿਗਰ 160 165 150। ਰਾਈਟ, ਸੋ ਇਹਦੇ ਵਿੱਚ 6 ਫਿਗਰਸ ਆ ਜਿਹੜੀਆਂ 100 ਤੋਂ ਉੱਤੇ ਆ। ਰਾਈਟ, ਔਰ ਦੂਸਰਾ ਅਗਰ ਤੁਸੀਂ ਦੇਖੋ ਕਿ ਇਹਦੇ ਵਿੱਚ 1 2 2 3। ਠੀਕ ਹੈ, ਸੋ ਇਹ ਕਿੱਥੋਂ ਹੋ ਜਾਏਗਾ ਜਿੱਥੇ 100 ਤੋਂ ਉੱਪਰ ਫਿਗਰ ਹੀ ਨਹੀਂ ਟੱਪ ਰਹੀ। ਔਰ 55 ਦੇਖੋ 55 ਧੰਨ ਗੁਰੂ ਨਾਨਕ। ਸੋ 55 ਦੇ ਵਿੱਚ ਤੁਸੀਂ ਦੇਖ ਸਕਦੇ ਅਗੇਨ 1 2 3 4 5। ਠੀਕ ਹੈ, ਇਹਦੇ ਵਿੱਚ 5 ਨੇ।
ਸੋ ਸਾਨੂੰ ਕਲੀਅਰਲੀ ਪਤਾ ਲੱਗ ਰਿਹਾ ਵਾ ਕਿ ਇਹਦੇ ਵਿੱਚ ਜਿਹੜਾ ਹੈਗਾ 32AH ਓਕੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੇਲ ਹੋਈ ਆ ਰਾਈਟ। ਜੇ ਸਾਨੂੰ ਫੇਰ ਵੀ ਕਿਤੇ ਰਹਿੰਦਾ ਡਾਊਟ ਤਾਂ ਐਟਲੀਸਟ ਜੇ ਤੁਸੀਂ ਕਰਨੀ ਆ ਸਮੀਸ਼ਨ ਤਾਂ ਇਹਨਾਂ ਦੋਨਾਂ ਚੋਂ ਕਿਸੇ ਇੱਕ ਦੀ ਕਰ ਸਕਦੇ ਆ, ਜਾਂ ਇਸ ਲਾਈਨ ਦੀ ਕਰ ਲਓ, ਇਸ ਲਾਈਨ ਤੇ ਇਸ ਲਾਈਨ ਦੀ ਕਰ ਲਓ, ਠੀਕ ਹੈ। ਤੁਹਾਨੂੰ ਹੋਰ ਕਲੀਅਰ ਹੋ ਜਾਏਗਾ ਕਿ 32AH ਹੀ ਜ਼ਿਆਦਾ ਵਾ ਰਾਈਟ। ਸੋ 32AH ਇਹਦਾ ਆਨਸਰ ਆ ਜਾਏਗਾ, ਠੀਕ ਹੈ। ਸੋ ਥੋੜਾ ਇਹਦੇ ਵਿੱਚ ਆਪਾਂ ਕੀ ਹੈ ਸਮਾਰਟਲੀ ਕੰਮ ਕਰ ਲਿਆ। ਇੱਕ ਸੀਗਾ ਅਸੀਂ ਸਾਰਿਆਂ ਦਾ ਸਮ ਕਰਦੇ, ਇੱਕ ਅਸੀਂ ਕੀਤਾ ਕਿ ਨਜ਼ਰਸਾਨੀ ਕੀਤੀ ਸਾਰੀਆਂ ਡਾਟਾ ਦੇ ਉੱਤੇ, ਯਾਰ ਆਹ ਲਾਈਨ ਦੇ ਵਿੱਚ ਲੱਗ ਰਿਹਾ ਜ਼ਿਆਦਾ ਵਾ ਡਾਟਾ, ਇਹਦਾ ਜਿਹੜਾ ਹੈਗਾ ਸਮ ਜ਼ਿਆਦਾ ਬਣੇਗਾ ਓਕੇ। ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਸੀ ਕਿ ਸਮਾਰਟ ਵੇ ਨਾਲ ਕਰ ਲਾਂਗੇ। ਸੋ ਦੇਖੋ ਇਹ ਕੁਐਸਚਨ ਜਿਹੜੇ ਸੀਗੇ ਕਿੰਨੇ ਈਜ਼ੀ ਕੁਐਸਚਨ ਸੀਗੇ ਜਿਹੜੇ ਐਗਜ਼ਾਮ ਦੇ ਵਿੱਚ ਆਏ ਕੰਪੇਅਰ ਟੂ ਵਾਟ ਵੀ ਡਿਡ, ਠੀਕ ਹੈ। ਸੋ ਉੱਤੇ ਵੀ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਬਹੁਤ ਹਾਈ ਲੈਵਲ ਦੀਆਂ ਗੱਲਾਂ ਨਹੀਂ ਕੀਤੀਆਂ, ਇਸ ਤੋਂ ਉੱਤੇ ਵੀ ਬਹੁਤ ਜ਼ਿਆਦਾ ਹਾਈ ਲੈਵਲ ਹੈ, ਠੀਕ ਹੈ। ਬਟ ਮੇਰਾ ਇਹ ਸੀਗਾ ਕੰਸਰਨ ਕਿ ਤੁਹਾਨੂੰ ਕੁਝ ਥੋੜਾ ਜਿਹਾ ਉੱਪਰ ਦੀ ਗੱਲ ਕਰਾਈ ਜਾਵੇ, ਈਜ਼ੀ ਜਿਹੜੇ ਹੈਗੇ ਆ ਬਿਲਕੁਲ ਈਜ਼ੀ ਦੇ ਨਾਲੋਂ ਥੋੜਾ ਜਿਹਾ ਕਰਾਇਆ ਜਾਵੇ, ਕਿਉਂਕਿ ਕੱਲ ਜੇ ਪੇਪਰ ਦੇ ਵਿੱਚ ਥੋੜਾ ਡਿਫਿਕਲਟ ਕੁਐਸਚਨ ਆਉਂਦਾ ਵਾ ਤਾਂ ਵੀ ਤੁਸੀਂ ਉਹਨੂੰ ਹੈਂਡਲ ਕਰ ਪਾਓ ਰਾਈਟ। ਸੋ ਇਹਦੇ ਨਾਲ ਹੀ ਅੱਜ ਦੀ ਗੱਲ ਕਰਦੇ ਆ, ਐਂਡ ਕਰਦੇ ਆ ਅੱਜ ਦਾ ਲੈਕਚਰ। ਸੋ ਜੇ ਗੱਲ ਕੀਤੀ ਸਟ੍ਰਾਈਕ ਕਰ ਦਿਓ ਕਮੈਂਟ, ਸ਼ੇਅਰ ਤੇ ਲਾਈਕ। ਸੋ ਬਹੁਤ ਬਹੁਤ ਤੁਹਾਡਾ ਥੈਂਕ ਯੂ, ਧੰਨਵਾਦ।